ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਤ ਪਿਤਾ ਸੋ ਸਤਰ ਹੈ, ਪੁੱਤਰ ਪੜਾਵਤ ਨਾਹੀ। ਸੋਭ ਨ ਪਾਵਤ ਸਭਾ ਮਹਿ, ਜੋ ਬਗ ਹੰਸਨ ਮਾਹੀ। ਮਾਤ ਪਿਤਾ ਸੋ ਸਤਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਣਕ ਰਿਸ਼ੀ ਜੀ ਕਹਿ ਰਹੇ ਆ ਕਿ ਤੂੰ ਉਹ ਮਾਂ ਬਾਪ ਆਪਣੀ ਸੰਤਾਨ ਦੇ ਵੈਰੀ ਹਨ। ਮਾਤ ਪਿਤਾ ਸੋ ਸਤਰ ਹੈ। ਮਾਤਾ ਪਿਤਾ ਉਹ ਸ਼ਤਰੂ ਦੁਸ਼ਮਣ ਦੇ ਸਮਾਨ ਹੈ, ਵੈਰੀ ਦੇ ਸਮਾਨ ਹੈ। ਕੌਣ? ਪੁੱਤਰ ਪੜਾਵਤ ਨਾਹੀ। ਜਿਹੜੇ ਆਪਣੇ ਪੁੱਤਰ ਤੋਂ ਅਰਥ ਲੈਣਾ, ਧੀਆਂ ਵੀ ਨਾਲ ਹੀ ਲੈਣਾ, ਕੱਲੀ ਧੀ ਨੂੰ ਵੀ ਇਹ ਤਾਂ ਨਹੀਂ ਪੜਾਉਣਾ ਨਹੀਂ ਆ। ਕਿ ਜਿਹੜੇ ਆਪਣੇ ਧੀਆਂ ਪੁੱਤਰਾਂ ਨੂੰ ਪੜਾਉਂਦੇ ਨਹੀਂ ਤੇ ਕੰਮ ਦੇ ਪਾ ਦਿੰਦੇ ਵੇਲੇ ਨਹੀਂ, ਆਪਣੇ ਆਸ ਨੂੰ ਪੂਰਾ ਕਰਨ ਵਾਸਤੇ। ਠੀਕ ਹੈ ਜੀ। ਕਿਉਂਕਿ ਉਹਦੇ ਵਿੱਚ ਆਉਂਦਾ ਨਾਟਕ ਪ੍ਰਕਾਸ਼ ਆਉਂਦਾ, ਬਹੁ ਗੁਣੀ ਅਲਾਵ ਹੈ ਸੋ ਤਨਾ ਪੜਾਵ ਹੈ, ਸੋ ਸਤਰੂ ਸਮਤਾਤ। ਬਹੁ ਅਵਗੁਣੀ ਉਹਨੂੰ ਕਹਿੰਦੇ ਆ, ਜਿਹੜਾ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਉਹ ਤੇ ਸਤਰੂ ਸਮਾਨ ਆ ਪਿਓ। ਸੋਭਾ ਨਹਿ ਪਾਵ ਹੈ ਮਤ ਨਹਿ ਆਵ ਹੈ, ਜਗ ਮੈਂ ਇਹ ਬਕਿਆਤ। ਸੰਸਾਰ ਵਿੱਚ ਪ੍ਰਗਟ ਦੀ ਗੱਲ ਆ ਵੀ ਉਹ ਨਾ ਪੁੱਤਰ ਸੋਭਾ ਹੀ ਪਾਉਂਦਾ, ਨਾ ਨੂੰ ਮਾਤੀ ਚੰਗੀ ਆਉਂਦੀ ਆ। ਨੈ ਦਰਬ ਖਟਾਊ ਭੋਰ ਸੁਭਾਊ, ਸਮਝ ਨਾ ਕੋ ਬਿਦ ਹੋਏ। ਉਹਨੂੰ ਕੋਈ ਵੀ ਸਮਝ ਨਹੀਂ, ਕਿਸੇ ਪ੍ਰਕਾਰ ਕੋਈ ਵਿਧੀ ਦੀ ਸਮਝ ਨਹੀਂ ਆਉਂਦੀ, ਨਾ ਤੋਂ ਪੈਸਾ ਖੱਟ ਸਕਦਾ ਤੇ ਨਾ ਭੋਲਾ ਸੁਭਾਅ ਉਹਦਾ ਰਹਿੰਦਾ ਹੈ। ਪੜ੍ਹਿਆ ਬੰਦਾ ਵਿਦਵਾਨ ਚਤਰ ਸਿਆਣਾ ਹੋ ਜਾਂਦਾ। ਠੀਕ ਹੈ ਜੀ। ਚਾਣਕ ਜੀ ਨੇ ਬੜੀ ਸੋਹਣੀ ਗੱਲ ਕੀਤੀ। ਰਾਜਨੀਤੀ ਵਿੱਚ ਪੜ੍ਹਾਈ ਜ਼ਰੂਰੀ ਹੈ। ਉਂਝ ਵੀ ਅੱਜ ਕੱਲ੍ਹ ਦੇ ਸਮੇਂ ਵਿੱਚ ਵੀ ਪੜ੍ਹਾਈ ਜ਼ਰੂਰੀ ਹੈ, ਪਹਿਲਾਂ ਵੀ ਜ਼ਰੂਰੀ ਸੀ। ਵਿਦਿਆ ਪੜ੍ਹਿਆ ਹੋ ਥੋੜ੍ਹੀ ਬਹੁਤ ਤੇ ਬ੍ਰਹਮ ਵਿਦਿਆ ਵੀ ਪੜ੍ਹ ਸਕਦਾ। ਸੋ ਇਹ ਕਹਿਣ ਦਾ ਮਤਲਬ ਆ, ਮਾਤ ਪਿਤਾ ਸੋ ਕਹੀਏ ਉਹ ਸਤਰੂ ਦੇ ਸਮਾਨ ਆ, ਵੈਰੀ ਦੇ ਸਮਾਨ ਆ। ਪੁੱਤਰ ਪੜਾਵਤ ਨਾਹੀ, ਜੋ ਆਪਣੇ ਪੁੱਤਰ ਨੂੰ ਪੜ੍ਹਾਉਂਦਾ ਨਹੀਂ ਹੈ, ਜੋ ਪੜ੍ਹਾਉਣਾ ਨਹੀਂ ਕਰਦੇ, ਜਿਹੜੇ ਮਾਤਾ ਪਿਤਾ ਚੰਗੀ ਵਿਦਿਆ ਨਹੀਂ ਦੇਣਾ ਕਰਦੇ। ਸੋਭ ਨ ਪਾਵਤ ਸਭਾ ਮਹਿ, ਕਿਉਂਕਿ ਵਿਦਿਆ ਤੋਂ ਹੀਣ ਜਿਹੜਾ ਪੁੱਤਰ ਆ, ਵਿਦਿਆ ਕਲਾ ਹੋਰਨਾਂ ਤੋਂ ਬਿਨਾਂ ਵਿਦਵਾਨਾਂ ਵਿੱਚ ਬੈਠਿਆਂ ਹੋਇਆਂ ਉਹ ਬੱਚੇ ਜਿਹੜੇ ਬੋਲਣ ਦੀ ਲਿਆਕਤ ਨਾ ਹੋਣ ਕਰਕੇ ਇੱਜ਼ਤ ਨਹੀਂ ਪਾਉਂਦੇ। ਉਹ ਵਿਦਵਾਨਾਂ ਦੀ ਸਭਾ ਵਿੱਚ ਸ਼ੋਭਾ ਨਹੀਂ ਪਾਉਂਦੇ। ਠੀਕ ਆ। ਕਿਵੇਂ? ਜਿਉਂ ਬਗ ਹੰਸਨ ਮਾਹੇ। ਜਿਵੇਂ ਬਗ ਕਹੀਏ ਬੰਗਲਾ, ਕਿਤੇ ਹੰਸਾਂ ਵਿੱਚ ਕਰਤੱਬੀ ਚਲਿਆ ਵੀ ਜਾਵੇ ਤਾਂ ਰੰਗ ਤੇ ਚਿੱਟਾ ਇਹਦਾ ਵੀ ਆ, ਤਾਂ ਹੀ ਉੱਥੇ ਉਸ ਨੂੰ ਆਦਰ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਤੇ ਬੰਗਲਾ ਜਿਹੜਾ ਹੰਸਾਂ ਵਿੱਚ ਚੰਗਾ ਨਹੀਂ ਲੱਗਦਾ। ਤਿਵੇਂ ਹੀ ਉਹ ਬੱਚਾ ਵਿਦਵਾਨਾਂ ਵਿੱਚ ਸ਼ੋਭਾ ਨਹੀਂ ਪਾਉਂਦਾ। ਗੁਰੂ ਜੀ ਦਾ ਫਰਮਾਨ, ਜਾ ਹੰਸ ਸਭਾ ਵਿਚਾਰ ਕਰ ਦੇਖਣ, ਤਾਂ ਬੱਗਾ ਨਾਲ ਜੋੜ ਕਦੇ ਨਾ ਆਵੇ। ਹੰਸਾ ਹੀਰਾ ਮੋਤੀ ਚੁਗਣਾ, ਬਗ ਡੱਡਾ ਭਾਲਣ ਜਾਵੇ। ਤੇ ਜੇ ਹੰਸ ਜਿਹੜੇ ਸਭਾ ਵਿੱਚ ਵਿਚਾਰ ਕਰਕੇ ਦੇਖਣ ਤਾਂ ਵੀ ਬੱਗੇ ਨਾਲ ਜੋੜ ਨਹੀਂ ਕਦੇ ਆਉਂਦਾ। ਜਾਂ ਵੀ ਹੰਸਾ ਦੀ ਸਭਾ ਵਿੱਚ ਵਿਚਾਰ ਕਰਕੇ ਦੇਖਿਆ ਜਾਵੇ ਤੇ ਬਗਲੇ ਨਾਲ ਜੋੜ ਕਦੇ ਨਹੀਂ ਆਉਂਦਾ, ਕਿਉਂਕਿ ਹੰਸਾ ਹੀਰਾ ਮੋਤੀ ਚੁਗਣਾ, ਹੰਸ ਹੀਰਾ ਮੋਤੀ ਚੁਗਦੇ ਆ ਤੇ ਬਗ ਜਿਹੜਾ ਵਾ, ਬਗਲਾ ਉਹ ਡੱਡੀਆਂ ਭਾਲਣ ਜਾਂਦਾ।
ਉੱਡਰਿਆ ਵਿਚਾਰਾ ਬਗਲਾ, ਮਤ ਹੋਵੇ ਮਨ ਲਖਾਵੇ। ਤੇ ਬਗਲਾ ਵਿਚਾਰਾ ਉੱਡ ਜਾਂਦਾ, ਕਿਉਂਕਿ ਬਗਲਾ ਕਾਗਨ ਰਹੀ, ਉੱਥੇ ਉਹਨਾਂ ਹੋਰੋ ਖਾਣਾ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਮਤਲਬ ਬਗਲਾ ਕੁਝ ਵੀ ਨਹੀਂ ਆ ਹੰਸ ਦੇ ਅੱਗੇ, ਵਿਦਵਾਨ ਅੱਗੇ ਉਹ ਪੁੱਤਰ ਧੀਆ ਪੁੱਤਰ ਬੇਵੱਸ ਵਿਚਾਰੇ ਹੋ ਜਾਂਦੇ ਉਹਨਾਂ ਦੀ ਸਭਾ ਵਿੱਚ। ਸੋ ਇੰਨਾ ਹੀ ਮਤਲਬ ਆ ਵੀ ਜਿਹੜਾ ਆ ਮਾਂ ਪਿਓ ਨੇ ਬੱਚੇ ਨੂੰ ਪੜ੍ਹਾਏ, ਨਹੀਂ ਪੜ੍ਹਾਉਂਦਾ ਤੇ ਵੈਰੀ ਸਮਾਨ ਆ। ਨਾ ਤੇ ਮਾਂ ਪਿਓ ਹੀ ਸੋਭਾ ਪਾਉਂਦਾ ਸੰਸਾਰ ਰੂਪੀ ਸਭਾ ਵਿੱਚ, ਤੇ ਨਾ ਪੁੱਤਰ ਹੀ ਵਿਦਵਾਨਾਂ ਦੀ ਸਭਾ ਵਿੱਚ ਸੋਭਾ ਪਾਉਂਦਾ ਹੈ। ਜਿਵੇਂ ਬੰਗਲਾ ਹੰਸਾਂ ਵਿੱਚ ਸੋਭਾ ਨਹੀਂ ਪਾਉਂਦਾ, ਤੇ ਨਾ ਉਹਦਾ ਟਿਕਾਈ ਉੱਤੇ ਹੁੰਦਾ ਕਿ ਜੱਜਾ ਪਾਉਣਾ ਜਈਆ, ਜਈਏ ਨੂੰ ਹੋੜਾ, ਉੱਤੇ ਬਿੰਦੀ ਜਿਉਂ ਪਾਠ ਸ਼ੋਧਿਆ। ਜੱਜੇ ਸਿਆਰੀ ਓੜੇ ਔਂਕੜ ਪਾਠ ਵੀ ਹੈਗਾ, ਉਚਾਰਨ ਵਿੱਚ ਇਹਦੇ ਉੱਦਾਂ ਹੀ ਆ, ਸ਼ੁੱਧ ਪਾਠ ਉਹ ਹੈ ਜੋ ਆਪ ਨੂੰ ਦੱਸਿਆ ਜਈਏ ਵਾਲਾ। ਦੋਹਰਾ ਸ਼ਲੋਕ ਅਰਧ ਚਤੁਰਥ। ਹੁਣ ਵੀ ਮਨੁੱਖ ਨੂੰ ਕੀ ਕਰਨਾ ਚਾਹੀਦਾ, ਵਿਦਿਆਰਥੀ ਦਾ ਨਿਯਮ ਕਥਨ ਕਰਦੇ ਆ, ਤੇ ਵੀ ਬੰਦੇ ਨੂੰ ਵੀ ਸੰਸਾਰ ਵਿੱਚ ਰਹਿੰਦਿਆਂ ਕੀ ਕਰਨਾ ਚਾਹੀਦਾ। ਕਹਿੰਦੇ ਸ਼ਲੋਕ ਅਰਧ ਚਤੁਰਥ, ਇਹ ਵਿਦਿਆਰਥੀ ਲਈ ਨਿਯਮ ਹੈ ਕਿ ਜਾਂ ਬੰਦੇ ਲਈ ਇਹ ਸਿੱਖਿਆ ਵਾ, ਉਹ ਜ਼ਿੰਦਗੀ ਵਿੱਚ ਰਹਿੰਦਿਆਂ ਉਹ ਪੂਰਾ ਸ਼ਲੋਕ, ਠੀਕ ਹੈ ਜੀ, ਜਾਂ ਅਰਧ ਕਹੀਏ ਅੱਧਾ ਸ਼ਲੋਕ, ਇੱਕ ਸ਼ਲੋਕ ਅੱਧਾ ਸ਼ਲੋਕ, ਜਾਂ ਫਿਰ ਚਤੁਰਥ ਕਹੀਏ ਚੌਥਾ ਹਿੱਸਾ ਸ਼ਲੋਕ ਦਾ। ਠੀਕ, ਸ਼ਲੋਕ ਦੀਆਂ ਦੋ ਤੁਕਾਂ ਹੁੰਦੀਆਂ ਨਾ, ਉਹਨੂੰ ਪੂਰਾ ਸ਼ਲੋਕ ਪੜ੍ਹੇ ਜਾਂ ਅੱਧਾ ਇੱਕ ਤੁਕ ਯਾਦ ਕਰ ਲੇ, ਜਾਂ ਚੌਥਾ ਹਿੱਸਾ ਅੱਧੀ ਤੁਕ ਯਾਦ ਕਰ ਲੇ, 4 ਵਾਰੀ ਸ਼ਲੋਕ ਨੂੰ ਪੜ੍ਹ ਲਓ। ਨਿਤ ਪੜ੍ਹ 4 ਵਾਰੀ, ਭਾਵ ਅੱਧਾ ਅੱਧੀ ਤੁਕ ਪੜ੍ਹ ਕੇ ਤੇ 4 ਵਾਰੀ ਪੜ੍ਹਿਆ ਸ਼ਲੋਕ ਪੂਰਾ ਹੋ ਜੂ। ਨਿਤ ਪੜ੍ਹ ਛਾਡੈ ਬੇਨਾਗ, ਕਹਿੰਦੇ ਇੱਕ ਸ਼ਲੋਕ ਅੱਧਾ ਸ਼ਲੋਕ ਜਾਂ ਅੱਧਾ ਸ਼ਲੋਕ ਦਾ ਚੌਥਾ ਹਿੱਸਾ ਜਾਂ ਹਰਜਾਨਾ ਹੀ ਪੜ੍ਹੇ ਵਿਦਿਆਰਥੀ ਜਾਂ ਮਨੁੱਖ, ਬੇਨਾਗ ਬਿਨਾ ਨਾਗੇ ਕੋ, ਨਿਤਾ ਪ੍ਰਤੀ ਪੜ੍ਹਨਾ ਕਰੇ, ਨਿਤਾ ਪ੍ਰਤੀ ਪੜ੍ਹ ਛੱਡਣਾ ਕਰੇ। ਭਾਵ ਵਿਦਿਆਰਥੀ ਹਰ ਰੋਜ਼ ਕੁਝ ਨਾ ਕੁਝ ਥੋੜਾ ਥੋੜਾ ਬਹੁਤਾ ਨਹੀਂ ਤੇ ਪੜ੍ਹਦੇ ਹੀ ਰਹਿਣਾ ਚਾਹੀਦਾ ਉਹਨੂੰ। ਨਿਤ ਕਰਮ ਤੈਸੇ ਕਰੈ, ਤੇ ਜੋ ਇਹ ਨਿਤ ਕਹੀਏ ਨਿਤਾ ਪ੍ਰਤੀ, ਤੈਸੇ ਕਹੀਏ ਤੇਹੋ ਜਿਹੇ ਜਿਹੜੇ ਉੱਪਰ ਦੱਸਿਆ ਸ਼ਲੋਕ ਪੜ੍ਹਨ ਰੂਪੀ, ਤੇ ਤੇਹੋ ਜਿਹੇ ਜਾਂ ਇਹੋ ਜਿਹੇ ਵੀ ਕਰਮ ਕਰੇ ਕਰਦਾ ਹੈ। ਬੁੱਧਵੰਤ ਪੜ ਭਾਗ, ਜੋ ਨਿਤ ਇੰਜ ਕਰਦਾ ਉਹੀ ਬੁੱਧ ਵਾਲਾ, ਅਕਲ ਵਾਲਾ, ਸ੍ਰੇਸ਼ਟ ਬੁੱਧੀ ਵਾਲਾ ਤੇ ਵੱਡਿਆਂ ਭਾਗਾਂ ਵਾਲਾ। ਭਾਵ ਜੋ ਰੋਜ਼ਾਨਾ ਮਿਹਨਤ ਕਰਦਾ ਉਹ ਅੱਜ ਜਾਂ ਕੱਲ ਕਾਮਯਾਬ ਜ਼ਰੂਰ ਹੋ ਜਾਂਦਾ। ਇਸ਼ਨਾਨ ਪਾਠ ਆਦਿ ਵੀ ਨਿਤ ਕਰਮ ਕਹਿੰਦੇ ਨਾ, ਇਸ਼ਨਾਨ ਪਾਠ ਕਰਨਾ ਇਹ ਨਿਤ ਕਰਮ ਆ, ਨਿਤਨੇਮ ਦਾ ਕਰਮ। ਨਿਤਨੇਮ ਰੂਪੀ ਕਰਮ ਜਿਹੜਾ ਕਰਦਾ, ਤੇ ਐਸੇ ਕਹੀਏ ਉਹ ਕਿਸੇ ਪ੍ਰਕਾਰ ਜੋ ਆਪਣੇ ਨਿਤ ਕਰਮ ਪਾਠ ਇਸ਼ਨਾਨ ਆਦਿਕ ਪੂਜਾ ਆਦਿਕ ਕਰਦਾ, ਉਹ ਬੁੱਧੀ ਵਾਲਾ ਵੱਡਿਆਂ ਭਾਗਾਂ ਵਾਲਾ ਜ਼ਰੂਰ ਇੱਕ ਦਿਨ ਕਾਮਯਾਬ ਹੋਊਗਾ। ਪੜ੍ਹਦੇ ਹੀ ਰਹਿਣਾ ਚਾਹੀਦਾ ਕੁਝ ਨਾ ਕੁਝ। ਜਿਉਂ ਸੁਗੰਧ ਪੁਸ਼ਪੇ ਬ੍ਰਿਛ, ਇੱਥੇ ਵੀ ਜਿਉਂ ਪਾਠ ਪਾਉਣੇ ਜਈਏ ਨਾ, ਜਿਹੜਾ ਦੂਜਾ ਪਾਠ ਤਿਉਂ ਪਾਠ ਥਲੜੀ ਦੂਜਾ ਤੁਕਦਾ, ਇਸੇ ਦੋਰੇ ਦਾ ਹੀ ਉਹ ਵੀ ਜਈਏ ਪਾਉਣੇ ਨਾ, ਹੋੜਾ ਤੇ ਬਿੰਦੀ ਓੜਿਆਂ ਨਾਲ ਪਾਠ ਇਹ ਸ਼ੋਧਨੀ ਆ, ਜਈਏ ਨਾ ਪਾਉਣੇ ਜਈਏ ਨਾਲ ਪਾਠ ਸ਼ੋਧੇ। ਜਿਉਂ ਸੁਗੰਧ ਪੁਸ਼ਪੀ ਬ੍ਰਿਛ, ਇਹ ਭਾਈ ਜਿਵੇਂ ਜਾਂ ਜਿਸ ਤਰ੍ਹਾਂ
ਸੁਗੰਧ ਪੁਸ਼ਪੀ, ਸੁਗੰਧ ਕਹੀਏ ਖੁਸ਼ਬੂ, ਸੁਗੰਧੀ ਵਾਲਾ ਜਿਹੜਾ ਪੁਸ਼ਪੀ ਫੁੱਲ ਆ, ਹਾਂਜੀ, ਫੁੱਲਾਂ ਦੇ ਜਿਹੜੇ ਬ੍ਰਿਛ ਦਰਖਤ ਆ ਉਹਨਾਂ ਨਾਲ ਸਭ ਬਨ ਕਰੇ ਸੁਗੰਧ। ਸਾਰੇ ਜਿਹੜੇ ਬਨ, ਸਾਰੇ ਆਲੇ ਦੁਆਲੇ ਦੇ ਜਿਹੜੇ ਜੰਗਲ ਆ ਨਾ, ਸਾਰਾ ਉਹਨੂੰ ਸੁਗੰਧੀ ਵਾਲਾ ਕਰਦਾ ਹੈ। ਫਿਰ ਜਿਵੇਂ ਸੁਗੰਧੀ ਖੁਸ਼ਬੂ ਵਾਲੇ ਜਿਹੜੇ ਪੁਸ਼ਪੀ ਫੁੱਲ ਆ, ਫੁੱਲਾਂ ਦਾ ਬ੍ਰਿਛ ਹੁੰਦਾ ਨਾ, ਰੁੱਖ ਬੂਟਾ, ਉਹ ਸਭ ਬਨ ਕਰੇ ਸੁਗੰਧ। ਉਹ ਸਾਰੇ ਜੰਗਲ ਨੂੰ ਸੁਗੰਧੀ ਦੀ ਸਹਿਤ ਕਰ ਦਿੰਦਾ, ਸਾਰੇ ਬਨ, ਸਾਰੇ ਜੰਗਲ ਨੂੰ ਸੁਗੰਧੀ ਖੁਸ਼ਬੂ ਸਹਿਤ ਕਰ ਦਿੰਦਾ। ਆਲੇ ਦੁਆਲੇ ਦੇ ਬਿਰਛਾਂ ਨੂੰ ਮਹਿਕਾਂ ਦਿੰਦਾ ਉਹ। ਤਿਉਂ ਸੁਪੁੱਤਰ ਤੇ ਹੋਤ ਹੈ, ਉਵੇਂ ਹੀ ਸੁਪੁੱਤਰ, ਇੱਕ ਹੁੰਦਾ ਕਪੁੱਤਰ, ਹਾਂਜੀ, ਤੇ ਇੱਕ ਹੁੰਦਾ ਸੁਪੁੱਤਰ, ਇੱਕ ਹੁੰਦਾ ਪੁੱਤਰ। ਕਪੁੱਤਰ ਉਹ ਜਿਹੜਾ ਪਿਓ ਦੀ ਜਾਇਦਾਦ ਸਾਰੀ ਵੇਚ ਕੱਟ ਕੇ ਖਾ ਜਾਏ। ਪੁੱਤਰ ਉਹ ਜਿੰਨੀ ਮਿਲੀ ਉਹ ਓਨੀ ਰਵੇ, ਨਾ ਵਧਾਵੇ ਨਾ ਘਟਾਵੇ। ਸੁਪੁੱਤਰ ਉਹ ਜਿਹੜੀ ਪਿਓ ਦੀ ਦਿੱਤੀ ਜਾਇਦਾਦ ਉਹਨੂੰ ਵਧਾਵੇ, ਉਹਨੂੰ ਸੁਪੁੱਤਰ ਕਿਹਾ ਜਾਂਦਾ। ਤਿਵੇਂ ਕਹਿੰਦੇ ਤਿਵੇਂ ਜਿਹੜੇ ਸੁਪੁੱਤਰ ਆ, ਲਾਇਕ ਪੁੱਤਰ, ਸਮਝਦਾਰ ਪੁੱਤਰ ਦਾ ਤੇ ਹੋਤ ਹੈ, ਉਹਦੇ ਪੈਦਾ ਹੋਣ ਤੇ ਪੈਦਾ ਹੋਣ ਨਾਲ, ਪੈਦਾ ਹੋਣ ਤੋਂ ਆਨੰਦਿਤ ਕੁਲ ਬੰਦ, ਜਿਹੜੀ ਸਾਰੀ ਕੁਲ ਆ, ਵੰਸ਼ ਆ, ਪਰਿਵਾਰ ਆ, ਸੰਬੰਧੀ ਆ, ਉਹ ਸਾਰਿਆਂ ਨੂੰ ਆਨੰਦਿਤ ਕਹੀਏ, ਆਨੰਦ ਪ੍ਰਾਪਤ ਹੁੰਦਾ। ਉਹਦੇ ਪੈਦਾ ਹੋਣ ਨਾਲ ਸਾਰਾ ਖਾਨਦਾਨ, ਸਾਰੇ ਸਾਕ ਸੰਬੰਧੀ ਆਨੰਦਿਤ ਹੁੰਦੇ ਆ, ਖੜਾਓ ਖੁਸ਼ੀ ਵਿੱਚ ਆਉਂਦੇ ਆ। ਭਾਵ ਵੰਸ਼ ਦਾ ਨਾਮ ਰੋਸ਼ਨ ਹੋ ਜਾਂਦਾ ਚੰਗੇ ਭਲੇ ਪੁੱਤਰ ਪੈਦਾ ਹੋਣ ਨਾਲ। ਕਬੀਰ ਚੰਦਨ ਕਾ ਬਿਰਵਾ ਭਲਾ, ਬੇੜਿਓ ਢਾਕ ਬਲਾਸ, ਹੋਈ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹ ਪੁੱਤਰ ਇਹੋ ਜਿਹੇ ਭਗਤ ਦੇ ਪੈਦਾ ਹੋਣ ਨਾਲ ਉਹ ਸੁਗੰਧੀ ਦੇ ਬੇਸ਼ ਵਰਗਾ ਹੁੰਦਾ ਆ, ਪਰਿਵਾਰ ਨੂੰ ਵੀ ਸੁਗੰਧੀ ਵਾਲਾ ਹੀ ਕਰ ਦਿੰਦਾ, ਕਿਉਂਕਿ ਬਸੇ ਜੋ ਚੰਦਨ ਪਾਸ, ਚੰਦਨ ਰੂਪੀ ਪੁੱਤ ਦੇ ਕੋਲ ਜੋ ਵਸਦੇ ਉਹ ਸਾਰੇ ਪਰਿਵਾਰ ਵਾਲੇ ਸੰਬੰਧੀ ਲੋਕ। ਸੋ ਪੁੱਤਰ ਹੀ ਮਹਾਰਾਜ ਦਵੇ, ਜਿਨ੍ਹਾਂ ਹਰਿ ਹਿਰਦੇ ਰਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਇਹ ਹਾਲਤ ਗੁਰੂ ਸਾਹਿਬ ਨਾ ਹੀ ਕਰਨ, ਬੇਨਤੀਆਂ ਕਰੀਏ ਗੁਰੂ ਅੱਗੇ। ਦੋਹਰਾ ਏਕ ਬਾਂਸ ਤੇ ਨਿਕਸ ਕੈ, ਕਹਿੰਦੇ ਇੱਕ ਚਾਣਕੇ ਜੀ ਕਹਿੰਦੇ ਆ ਜੀ, ਇੱਕ ਬਾਂਸ ਜਿਵੇਂ ਜੰਗਲ ਦੇ ਵਿੱਚ ਬਾਂਸ ਹੁੰਦੇ ਆ ਤੇ ਉਹ ਬਾਂਸ ਇਕੱਠੇ ਖਲੋਤੇ ਹੁੰਦੇ ਆ। ਇੱਕ ਬਾਂਸ ਤੋਂ ਨਾ, ਤੇ ਅਰਥ ਤੋਂ, ਇੱਕ ਬਾਂਸ ਤੋਂ ਜਿਹੜੀ ਨਿਕਲ ਕਰਕੇ ਕਿ ਅਗਨ ਦਹੈ ਬਨ ਘਾਸ, ਅੱਗ ਜਿਹੜੀ ਨਿਕਲਦੀ ਹੈ ਉਹਨਾਂ ਨਾਲ ਘਸਣ ਨਾਲ, ਤੇ ਸਾਰੇ ਜਿਹੜੇ ਬਨ ਜੰਗਲ ਦੇ ਰੁੱਖ ਤੇ ਘਾਸ, ਜਿਹੜੇ ਘਾਸ ਫੂਸ ਆ, ਉਹਨੂੰ ਦਹੇ ਕਹੀਏ ਸਾੜ ਕੇ ਰੱਖ ਦਿੰਦੀ। ਜਿਹੜਾ ਬਾਂਸ ਆਪਣੇ ਇੱਥੇ ਗੁਰਦੁਆਰਾ ਸਾਹਿਬ ਵੀ ਹੁੰਦੇ ਸੀ, ਹੁਣ ਤੇ ਨਹੀਂ ਰਹੇ। ਤੇ ਗਰਮੀ ਦੀ ਜਦੋਂ ਰੁੱਤ ਹੁੰਦੀ, ਇਹਨਾਂ ਦੇ ਆਪਸ ਵਿੱਚ ਹਵਾ ਤੇਜ਼ ਆਉਣ ਨਾਲ ਰਗੜ ਖਾ ਜਾਂਦੇ, ਰਗੜ ਖਾਣ ਨਾਲ ਅੱਗ ਲੱਗ ਜਾਂਦੀ ਆ ਤੇ ਸਾਰਾ ਜੰਗਲ ਹੀ ਸੜ ਜਾਂਦਾ। ਉਹਨੂੰ ਕਹੀਦਾ ਦਾਵਾ ਨਾਲ, ਜਠਰਾਗਨ, ਦਾਵਾ ਅਗਨ, ਬੜਵਾ ਨਾਲ, ਜਿਹੜੀ ਸਮੁੰਦਰ ਦੀ ਆ, ਇਹ ਦਾਵਾ ਨਾਲ ਜਿਹੜੀ ਇੱਦਾਂ ਲੱਗਦੀ ਜੰਗਲ ਦੀ ਅੱਗ। ਇੱਕ ਬਾਂਸ ਤੋਂ ਨਿਕਲ ਕੇ ਦੂਜੇ ਬਾਂਸ ਨਾਲ ਖੈਣ ਨਾਲ, ਰਗੜਨ ਨਾਲ ਉਸ ਵਿੱਚੋਂ ਅੱਗ ਨਿਕਲਦੀ ਆ, ਤੇ ਅੱਗ ਨਿਕਲ ਕੇ ਅਗਨ ਦਹੇ ਬਨ ਘਾਸ, ਜੰਗਲ ਦੇ ਸਾਰੇ ਘਾਹ ਘੂ ਨੂੰ, ਰੁੱਖਾਂ ਨੂੰ ਸਾੜ ਦਿੰਦੀ। ਤਿਵੇਂ ਕਹਿੰਦੇ ਕਬੂਤਰ ਦੀ ਗੱਲ, ਤਿਉਂ ਕਪੂਤ ਤੇ ਹੋਤ ਹੈ, ਤਿਵੇਂ ਕਪੂਤ ਖੋਟੇ ਪੁੱਤਰ ਜਿਹਨੇ ਪਿਓ ਦੀ ਜਾਇਦਾਦ ਲੈ ਕੇ ਵੇਚ ਵੱਟ ਵਾਰੀ, ਰਹਿਣ ਕੱਖ ਨਾ ਦਿੱਤਾ, ਉਹੋ ਜਿਹੇ ਖੋਟੇ ਕਬੂਤਰ ਦੇ ਪੈਦਾ ਹੋਣ ਤੇ, ਠੀਕ ਆ ਜੀ, ਜਦੋਂ ਉਹ ਪਰਿਵਾਰ ਵਿੱਚ ਪੈਦਾ ਹੋ ਜਾਂਦਾ ਹੈ ਨਾ,
ਆ ਖੋਟਾ ਪੁੱਤਰ ਪੈਦਾ ਹੋ ਜਾਂਦਾ ਤੇ ਅਕਲਹੀਣਾ ਨਲਾਇਕ ਬੇਅਕਲਾ ਜਿਹਾ ਪੈਦਾ ਹੋਣ ਨਾਲ ਕੀ ਹੁੰਦਾ, ਸਭ ਕੁਟੁੰਬ ਕੋ ਨਾਸ, ਸਾਰੇ ਪਰਿਵਾਰ ਦਾ ਹੀ ਨਾਸ ਹੋ ਜਾਂਦਾ, ਸਾਰੀ ਕੁੱਲ ਨੂੰ ਕਲੰਕਿਤ ਕਰ ਦਿੰਦਾ। ਕਹਿੰਦੇ ਮੁੰਡਾ ਜੰਮਿਆ ਉਹਨੇ ਤੇ ਛੱਡੇ ਕੱਖ ਨਹੀਂ, ਸਤਿਆਨਾਸ਼ ਕਰਕੇ ਰੱਖ ਦਿੱਤਾ। ਜਿਵੇਂ ਰਾਜੇ ਵਿਰਾਟ ਦਾ ਸਾਲਾ ਕ੍ਰੀਚਕ ਸੀ ਤੇ ਦ੍ਰੋਪਦੀ ਮਾਤਾ ਨਾਲ ਛੇੜਖਾਨੀ ਕਰਦਾ, ਉਹਦੀ ਇੱਕ ਗਲਤੀ ਨਾਲ ਉਹਦੇ ਸਾਰੇ ਪਰਿਵਾਰ ਦਾ ਜਿਹੜਾ ਖਾਤਮਾ ਸੀ ਭੀਮ ਸੈਨ ਨੇ ਕਰ ਦਿੱਤਾ ਸੀ, ਵਾਰੀ ਵਾਰੀ ਬੁਲਾ ਕੇ। ਤੇ ਰਾਵਣ ਵੀ ਵੇਖੋ ਕਪੂਤ ਹੀ ਨਿਕਲਿਆ ਕਿ ਉਹਦੀ ਜਿੱਦ ਨੇ ਸਾਰੀ ਲੰਕਾ ਤਬਾਹ ਕਰ ਦਿੱਤੀ, ਕੁੰਭਕਰਨ ਮੇਘਨਾਦ ਵਰਗੇ ਵੀ ਮਰਵਾ ਦਿੱਤੇ। ਫਿਰ ਯਾਦਵਾਂ ਦੇ ਮੁੰਡਿਆਂ ਦੀ ਇੱਕ ਗਲਤੀ, ਬਾਟਾ ਜਿਹਾ ਬੰਨ੍ਹ ਕੇ ਤੇ ਮਖੌਲ ਕਰਦੀ ਦੁਰਭਾਸ਼ਾ ਨੂੰ ਤੇ ਕ੍ਰਿਸ਼ਨ ਭਗਵਾਨ ਦੀ ਸਾਰੀ ਕੁੱਲ ਖਤਮ ਕਰਵਾ ਦਿੱਤੀ। ਇੱਕ ਕਪੂਤ ਪੁਣਾ ਆ ਨਾ। ਤੇ ਔਰੰਗਜ਼ੇਬ ਕਪੂਤ ਆਪਣੀ ਜੜ ਪਟਵਾ ਲਈ, ਨਾਲ ਮੁਗਲਾਂ ਦੀ ਜੜ ਪਟਵਾ ਲਈ। ਇੰਦਰਾ ਗਾਂਧੀ ਵੀ ਕਪੂਤਨੀ ਨਿਕਲੀ, ਆਪਣੀ ਜੜ ਪਟਵਾ ਲਈ, ਨਾਲ ਦੂਜਿਆਂ ਦੀ ਪਟਾ ਦਿੱਤੀ, ਸਾਰੀ ਪਾਰਟੀ ਦੀ ਵੀ ਤੇ ਆਪਣਾ ਵੀ ਸਤਿਆਨਾਸ਼ ਕਰ ਲਿਆ। ਹੁਣ ਸ਼ਾਇਦ ਭਾਜਪਾ ਦੀ ਵਾਰੀ। ਇਹ ਸਾਰੇ ਕਪੂਤ ਕੁੱਤੇ ਹੀ ਹੈ। ਦੋਹਰਾ ਲੋਭੀ ਕੋ ਸੰਤੋਖ ਨ ਹੈ। ਲੋਭੀ ਜਿਹੜਾ ਲਾਲਚੀ ਬੰਦਾ ਨਾ, ਬੇਸਬਰਾ, ਤ੍ਰਿਸ਼ਨਾਲੂ, ਭੜਕਾਲੂ, ਲਾਲਚੀ ਆਦਮੀ ਨੂੰ ਕਹਿੰਦੇ ਕਦੀ ਸੰਤੋਖ ਸਬਰ ਨਹੀਂ ਆ ਸਕਦਾ। ਉਹਨੂੰ ਸੰਤੁਸ਼ਟਤਾ ਆ ਕੇ ਲੋਭੀ ਨੂੰ ਕਦੀ ਸੰਤੁਸ਼ਟਤਾ ਸਬਰ ਨਹੀਂ ਆ ਸਕਦਾ। ਦੁਸ਼ਟ ਚਿੱਤ ਕੋ ਧਰਮ, ਤੇ ਜਿਹੜਾ ਦੁਸ਼ਟ ਬੰਦਾ ਭਾਵ ਭੈੜੀ ਭਾਵਨਾ ਵਾਲਾ ਨਾ, ਭੈੜੇ ਚਿੱਤ ਵਾਲਾ ਤੇ ਉਹ ਦੁਸ਼ਟ ਚਿੱਤ ਵਾਲਾ ਬਦ ਦਿਮਾਗ ਆਦਮੀ ਦੇ ਦਿਲ ਵਿੱਚ ਕਦੀ ਧਾਰਮਿਕ ਵਿਚਾਰ ਨਹੀਂ ਆ ਸਕਦੇ। ਠੀਕ ਆ, ਉਹਦੇ ਮਨ ਵਿੱਚ ਕਦੀ ਧਾਰਮਿਕ ਵਿਚਾਰ ਆ ਹੀ ਨਹੀਂ ਸਕਦੇ, ਨਾ ਉਹ ਰਾਜੀ ਹੈ। ਦੁਸ਼ਟ ਜਿਹਦੇ ਚਿੱਤ ਆ ਉਹਦੇ ਅੰਦਰ ਧਰਮ ਦੀ ਵਿਚਾਰ ਕਿੱਥੋਂ ਆ ਸਕਦੇ? ਉਹਦੇ ਵਾੜਵੀਆਂ ਗੱਲਾਂ ਕਰੂਗਾ, ਕਦੀ ਉਹ ਧਰਮ ਦੀ ਗੱਲ ਨਹੀਂ ਕਰ ਸਕਦਾ। ਭਾਗਹੀਣ ਕੋ ਅਰਥ ਨਹਿ, ਜਿਹੜਾ ਭਾਗਹੀਣ ਹੈ ਨਾ, ਚੰਗੇ ਕਰਮਾਂ ਤੋਂ ਸਖਣਾ, ਖਾਲੀ, ਬਦਕਿਸਮਤ ਵਾਲਾ ਤੇ ਭਾਗਾਂ ਤੋਂ ਬਿਨਾਂ ਧਨ ਪਦਾਰਥ, ਅਰਥ ਦਾ ਹੁੰਦਾ ਅਰਥ ਵੀ ਪਦਾਰਥ, ਧਨ ਦੌਲਤ, ਧਨ ਪਦਾਰਥ, ਧਨ ਦੌਲਤ ਕਦੀ ਮਿਲ ਹੀ ਨਹੀਂ ਸਕਦੇ। ਭਾਗਾਂ ਤੋਂ ਹੀਣਾ ਬਿਨਾਂ, ਭਾਗਾਂ ਤੋਂ ਬਿਨਾਂ ਧਨ ਪਦਾਰਥ ਨਹੀਂ ਮਿਲ ਸਕਦੀ, ਜਾਂ ਭਾਗਹੀਣ ਨੂੰ ਜਿਹੜਾ ਧਨ ਪ੍ਰਾਪਤ ਨਹੀਂ ਹੋ ਸਕਦਾ। ਆਯੂਹੀਨ ਕੋ ਕਰਮ, ਜਿਹੜਾ ਆਯੂ ਉਮਰ ਤੋਂ ਹੀਣਾ ਹੈ, ਆਮ ਉਮਰ ਤੋਂ ਹੀਣਿਆਂ ਨੂੰ ਕੋਈ ਜਿਹੜਾ ਕਰਮ ਫਲ ਨਹੀਂ ਦਿੰਦਾ। ਪਰ ਜਿਸ ਕੋਲ ਉਮਰ ਹੀ ਨਹੀਂ ਰਹੀ, ਉਹ ਕੀ ਕਰਮ ਕਰੇਗਾ ਤੇ ਕੀ ਕਰਮ ਕਰਕੇ ਫਲ ਲੈ ਲਵੇਗਾ? ਉਮਰ ਦੇ ਹੁੰਦਿਆਂ ਸ੍ਰੇਸ਼ਟ ਕਰਮ ਕਰਨਾ ਚਾਹੀਦਾ ਹੈ। ਉਮਰ ਤੋਂ ਬਿਨਾਂ ਕੋਈ ਨੇਕ ਕੰਮ ਨਹੀਂ ਹੋ ਸਕਦਾ। ਜਿਹਦੀ ਉਮਰ ਨਹੀਂ ਹੈਗੀ, ਛੋਟੀ ਉਮਰ ਉਹ ਕੁਝ ਹੋ ਗਿਆ ਉਹਨੂੰ, ਤੇ ਉਹ ਕੋਈ ਕਰਮ ਨਹੀਂ ਕਰ ਸਕਦਾ। ਨੇਕ ਕੰਮ ਕਰੂਗਾ ਉਮਰ ਵਡੇਰੀ ਵਿੱਚ ਤੇ ਬਹੁਤ ਕੁਝ ਖੱਟ ਸਕਦਾ। ਛੋਟੀ ਉਮਰੇ ਵੀ ਜੇ ਕੋਈ ਕਰਮ ਕਮਾਊਗਾ ਤੇ ਤਾਂ ਹੀ ਖੱਟ ਸਕਦਾ, ਪਰ ਜੇ ਉਮਰ ਹੀ ਨਹੀਂ ਰਹਿ ਗਈ ਫਿਰ ਉਹ ਕੀ ਕਰਮ ਕਰ ਸਕਦਾ? ਹਾਂਜੀ, ਲੋਭੀ ਕੋ ਸੰਤੋਖ ਨ ਹੈ। ਗੁਰਬਾਣੀ ਚ ਆਉਂਦਾ, ਦੁਆਰ ਹੈ ਦੁਆਰ ਸਮਾਨ ਜੋ ਡੋਲਤ ਨ ਸੁਧ ਰਾਮ ਭਜਨ ਕੀ। ਲੋਭੀ ਦੀ ਆਹ ਹਾਲਤ ਹੈ, ਜਿਵੇਂ ਉਹ ਕੁੱਤੇ ਦਰਵਾਜ਼ੇ ਜਿਵੇਂ ਕੁੱਤਾ ਡੋਲਦਾ ਫਿਰਦਾ ਨਾ, ਇਸੇ ਪ੍ਰਕਾਰ ਬੰਦਾ ਡੋਲਦਾ ਫਿਰਦਾ ਦੁਆਰ 84 ਲੱਖ ਜੂਨਾਂ ਦੇ ਦੁਆਰਾਂ ਦੇ, ਤੇ ਰਾਮ ਪਰਮੇਸ਼ਰ ਦੇ ਭਜਨ ਦੀ ਸੋਧੀ ਨਹੀਂ ਹੈਗੀ, ਜੀ ਅਕਲ ਨਹੀਂ ਆਉਣ ਦੀ। ਜਨਮ ਏਡਾ ਔਖਾ ਮਿਲਿਆ। ਲੋਭੀ ਚੰਤਾ ਜਾਣੀ ਦੁੱਖ, ਭਾਖਾ ਭਖ ਸਭ ਖਾਏ। ਜੋ ਖਾਣ ਵਾਲਾ ਨਹੀਂ ਖਾਣ ਵਾਲਾ ਸਭ ਖਾਈ ਜਾਂਦਾ। ਜਿਹਨੂੰ ਜ਼ੁਬਾਨ ਦਾ ਲਾਲਚ ਲੱਗਾ, ਬਿਨਾਂ ਸੰਤੋਖ ਨਹੀਂ ਕੋ ਰੱਜ।
ਬਿਨਾ ਸੰਤੋਖ ਹਰ ਸੁਖ ਕਹਾਂ, ਤਪ ਬਿਨਾ ਨਾ ਰਾਜੂ। ਸੂਰਜ ਪ੍ਰਕਾਸ਼ ਵੀ ਆਉਂਦਾ, ਸੰਤੋਖ ਤੋਂ ਬਿਨਾ ਸੁਖ ਕਿੱਥੇ ਆ, ਤੇ ਤਪ ਬਿਨਾ ਰਾਜ ਕਿੱਥੇ, ਤੇ ਰਾਜ ਬਿਨਾ ਨਰਕ ਕਿੱਥੇ। ਇਸ ਤਰ੍ਹਾਂ ਦੀ ਹਾਲਤ ਆ। ਵਿਦਵਾਨਾਂ ਨੇ ਪਰਮਾਤਮਾ ਨੂੰ ਮਿਲਣ ਦੇ 4 ਦਰਵਾਜ਼ੇ ਮੰਨੇ ਆ। ਇੱਕ ਤੇ ਸਤ ਸੰਗਤ ਕਰਨੀ, ਇੱਕ ਸਤ ਪ੍ਰਤੱਗੀ ਰਹਿਣਾ, ਸੰਤੋਖੀ ਰਹਿਣਾ, ਮਨ ਅਤੇ ਇੰਦਰੀਆਂ ਤੇ ਵਿਕਾਰਾਂ ਤੇ ਕਾਬੂ ਪਾਉਣਾ। ਭਾਵੇਂ ਸਾਧੂ ਹੋਵੇ ਜਾਂ ਗ੍ਰਹਿਸਥੀ, ਜੇਕਰ ਉਪਰੋਕਤ ਜਿਹੜੇ ਸਾਧਨ ਦੱਸੇ ਨਾ, ਸਤ ਸੰਗਤ, ਸਤ ਸੰਤੋਖ, ਸਾਮਦਾਮ, ਜੇ ਸਮਾਧਨਾ ਸਮੇਤ ਆ ਤਾਂ ਜ਼ਿੰਦਗੀ 'ਚ ਕਾਮਯਾਬ ਆ, ਨਹੀਂ ਤੇ ਕਾਮਯਾਬ ਨਹੀਂ ਆ। ਨਾਮ ਰੱਖਣ ਨਾਲ ਜਾਂ ਗ੍ਰਹਿਸਥੀ ਜੀਵਨ ਹੋਣ ਨਾਲ ਕੁਝ ਨਹੀਂ ਕੋਈ ਖੱਟੀ ਹੈਗੀ। ਮਹਾਰਾਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਧਾਂ ਨੂੰ ਉੱਤਰ ਦਿੰਦਿਆਂ ਮਾਂ ਪਰਮੇਸ਼ਰ ਨਾਲ ਮਿਲਣ ਦੇ 4 ਦੁਆਰੇ ਕਹੇ। ਪਹਿਲਾ ਸਤ ਸੰਗਤ, ਫਿਰ ਸਤ, ਤੀਸਰਾ ਸੰਤੋਖ, ਚੌਥਾ ਸਮਦਾ। ਵੀ ਅਤੀਤ ਹੋਵੇ ਭਾਵੇਂ ਗ੍ਰਹਿਸਥੀ, ਨਾਲ 4 ਦੁਆਰਿਆਂ ਵਿੱਚੋਂ ਜੋ ਆਵੇਗਾ ਸੋ ਗੁਰੂ ਵਾਹਿਗੁਰੂ ਨੂੰ ਪ੍ਰਾਪਤ ਹੋਵੇਗਾ। ਇਹ ਮਹਾਰਾਜ ਨੇ ਗਿਆਨ ਰਤਨਾਵਲੀ ਦੇ ਟੀਕੇ ਵਿੱਚ 27ਵੀਂ ਪੌੜੀ ਦੀ ਵਿਆਖਿਆ ਕਰਦਿਆਂ ਭਾਈ ਸਾਹਿਬ ਜੀ ਨੇ ਲਿਖਿਆ ਵਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਉੱਤਰ ਦਿੰਦਿਆਂ ਕਈ ਗੱਲ। ਠੀਕ ਹੈ ਜੀ। ਸੋ ਇਸ ਪ੍ਰਕਾਰ ਭਾਗਾਂ ਤੋਂ ਹੀਣੇ ਨੂੰ ਕੋਈ ਪਦਾਰਥ ਨਹੀਂ ਮਿਲ ਸਕਦਾ, ਭਾਗ ਹੀ ਨਹੀਂ ਹੈ। ਉਮਰ ਤੋਂ ਹੀਣਾ ਬੰਦਾ ਕਰਮ ਨਹੀਂ ਕਰ ਸਕਦਾ ਨੇਕ। ਠੀਕ ਹੈ ਜੀ। ਦੋਹਰਾ ਭੈ ਸਥਾਨ ਦੁਰਭਿੱਖ ਮੈਂ। ਹੁਣ ਵੀ ਪੈ ਸਥਾਨ ਦੁਰਭਿੱਖ ਮੈਂ, ਕਾਲ ਦੁਰਭਿੱਖ ਸਮਾਂ। ਅੱਗੇ ਵੀ ਆਪਾਂ ਪਿਛਲੇ ਅਰਥ ਆਏ ਹਾਂ, ਮਾੜਾ ਸਮਾਂ, ਕਾਲ ਵਾਲਾ ਸਮਾਂ, ਕਾਲ ਸਿੱਧਾ ਹੀ ਸਾਹਿਬ ਕਹਿ ਲਓ। ਵੀ ਜਿੱਥੇ ਭੈ ਡਰਾਉਣੇ ਥਾਂ, ਜਿੱਥੇ ਭੈ ਸਥਾਨ ਡਰਾਉਣੇ ਥਾਂ, ਤੇ ਦੁਰਭਿੱਖ ਕਹੀਏ ਕਾਲ ਦੇ ਸਮੇਂ ਦੇ ਮੈਂ ਕਹੀਏ ਵਿੱਚ। ਬਾਸ ਬੁਰੇ ਬਨ ਘੋਰ, ਕਾਲ ਦੇ ਸਮੇਂ ਵਿੱਚ ਬੁਰੇ ਮੰਦੇ ਮਨੁੱਖ ਦੇ ਨਾਲ ਬਾਸ ਨਿਵਾਸ ਹੈ, ਅਤੇ ਬਨ ਘੋਰ। ਫਿਰ ਜਿਹੜਾ ਬਨ ਜੰਗਲ ਆ ਉਹ ਵੀ ਬੜਾ ਭਿਆਨਕ ਆ। ਘੋਰ ਕੀ ਭਿਆਨਕ ਜੰਗਲ ਹੈ। ਅਥਵਾ ਵੀ ਬੁਰੇ ਸੰਗ ਬਨ ਘੋਰ, ਇਹ ਵੀ ਦੂਸਰਾ ਪਾਠ ਹੈਗਾ। ਦੂਸਰਾ ਪਾਠ ਹੈਗਾ ਇੱਥੇ ਹੀ। ਪਹਿਲਾਂ ਤੇ ਆ ਨਾ ਭੈ ਸਥਾਨ ਦੁਰਭਿੱਖ ਮੈਂ, ਵੀ ਜਦੋਂ ਅੰਨ ਕਾਲ ਦਾ ਸਮਾਂ ਆ ਗਿਆ ਹੈ, ਅੰਨ ਸੰਕਟ ਆ ਗਿਆ, ਦੁਰਕਾਲ ਦਾ ਸਮਾਂ ਆ ਗਿਆ, ਤੇ ਭੈ ਸਥਾਨ ਦੇ ਜਿੱਥੇ ਭੈ ਦਾ ਸਥਾਨ ਹੈ, ਫਿਰ ਬਾਸ ਬੁਰੇ, ਤੇ ਜਿਹੜੇ ਬੁਰੇ ਮੰਦੇ ਮਨੁੱਖਾਂ ਨਾਲ ਸਾਡਾ ਨਿਵਾਸ ਹੋ ਗਿਆ। ਫਿਰ ਜੰਗਲ ਬੜਾ ਭਿਆਨਕ ਆ ਹੈ, ਉੱਥੇ ਵੀ ਬੜਾ ਬੁਰਾ ਹਾਲ ਹੁੰਦਾ। ਤੇ ਜਾਂ ਪਾਠ ਹੈਗਾ ਵਾ, ਪਾਠ ਅੰਦਰ ਭੇਦ, ਬੁਰੇ ਸੰਗ ਬਨ ਘੋਰ। ਬਾਸ ਦੀ ਥਾਂ ਬੁਰੇ, ਤੇ ਬੋਰੇ ਦੀ ਥਾਂ ਸੰਗ, ਤੇ ਬਨ ਘੋਰ। ਨਾ ਬਾਸ ਬੁਰੇ ਕੱਟ ਕੇ ਪਾਠ ਨਾ, ਪਹਿਲਾ ਪਾਠ ਤੇ ਇਹੀ, ਦੂਸਰਾ ਪਾਠ ਬੁਰੇ ਸੰਗ ਬਨ ਘੋਰ। ਭਾਵ ਜਿੱਥੇ ਵੀ ਡਰਾਉਣਾ ਭੈ ਸਥਾਨ, ਡਰਾਉਣਾ ਸਥਾਨ ਹੋਵੇ, ਫਿਰ ਕਾਲ ਦੁਰਭਿੱਖ ਕਾਲ ਦਾ ਸਮਾਂ ਪਿਆ ਹੋਵੇ। ਇਹਦੇ ਸਮੇਂ ਵਿੱਚ ਫਿਰ ਬੁਰੇ ਸੰਗ, ਮੰਦੇ ਪੁਰਖ ਦਾ ਸਾਥ ਹੋ ਜਾਏ, ਬਨ ਘੋਰ, ਤੇ ਜੰਗਲ ਵੀ ਬੜਾ ਭਿਆਨਕ ਹੋਵੇ, ਬੜੀ ਬੁਰੀ ਹਾਲਤ ਹੁੰਦੀ ਹੈ। ਠੀਕ ਹੈ ਜੀ। ਉੱਥੇ ਤੇ ਬਹੁਤ ਮਾੜਾ ਹਾਲ ਹੁੰਦਾ। ਫੇਰ ਸੁਣ ਲਿਆ ਕਰ ਵੀ ਜਿੱਥੇ ਹੈਗਾ ਨਾ ਬਾਸ ਬੁਰੇ ਬਨ ਘੋਰ, ਇੱਥੋਂ ਕਰ ਦਿੱਤਾ। ਦੂਸਰਾ ਪਾਠ ਆ ਬੁਰੇ ਸੰਗ ਬਨ ਘੋਰ, ਇੱਥੇ ਹੀ
ਬਾਸ ਬੁਰੇ ਦੀ ਥਾਂ ਤੇ ਉੱਥੇ ਲਿਖ ਦੇਣਾ ਬੁਰੇ ਸੰਗ ਬਨ ਘੋਰ। ਤੇ ਇਹਦਾ ਅਰਥ ਵੀ ਕਰ ਲਿਆ। ਤੀਜਾ ਪਾਠ ਇਹ ਵੀ ਹੈਗਾ, ਜਿੱਥੇ ਬਾਸ ਲਿਖਿਆ ਉੱਥੇ ਬਾਸ ਦੀ ਥਾਂ ਨਾਸ ਪਾਠ ਵੀ ਹੈਗਾ। ਤੋ ਅਰਥ ਇਵੇਂ ਬਣ ਜਾਣਾ, ਇਵੇਂ ਵੀ ਅਰਥ ਕਰ ਲਈਦਾ ਵੀ ਭੈ ਸਥਾਨ ਤੁਰ ਭੇਖ ਮੈਂ, ਵੀ ਕਾਲ ਦੇ ਸਮੇਂ ਵਿੱਚ ਸਭ ਜਿਹੜਾ ਹਰ ਸਥਾਨੀ ਭੈ ਡਰ ਹੈ। ਗਾੜੇ ਜਾਂ ਡਰਾਉਣਾ ਬਨ ਘੋਰ, ਜਿਹੜਾ ਗਾੜਾ ਜੰਗਲ ਆ, ਡਰਾਉਣਾ ਜੰਗਲ, ਭਿਆਨਕ ਜੰਗਲ ਸੰਘਣਾ, ਉਹ ਜੰਗਲ ਵਿੱਚ ਵੀ ਹਮੇਸ਼ਾ ਜਿਹੜਾ ਨਾ ਨਾਸ ਮੌਤ ਹੋਣ ਦਾ ਹੀ ਡਰ ਰਹਿੰਦਾ। ਕਟਕ ਬਿਰਾਨ ਨਾ ਦੇਖ ਕੈ ਵੈਰੀ ਦੀ, ਹੁਣ ਕਟਕ ਨਾ ਫੌਜ ਦਾ, ਬਿਰਾਨਾ ਕਹੀਏ ਬੇਗਾਨੀ ਫੌਜ ਹੈ। ਜਿਹੜੇ ਵੈਰੀ ਹੈ ਨਾ, ਵੈਰੀ ਦੀ ਉਹਦੀ ਫੌਜ ਦੇ ਕੇ, ਬੇਗਾਨੀ ਫੌਜ ਦੇ ਕੇ, ਹਾਂਜੀ, ਦੂਰ ਭੱਜ ਕੇ ਤੋਰ, ਕਿਤੇ ਦੂਰ ਦਰਾਡੇ ਚਲੇ ਜਾਣਾ ਚਾਹੀਦਾ। ਦੂਰ ਭੱਜ ਕੇ ਨਾ, ਦੂਰ ਕਿਤ ਕਹੀਏ ਕਿਸੇ ਪਾਸੇ, ਕਿਸੇ ਹੋਰ ਤਰਫ ਨੂੰ ਚਲੇ ਜਾਣਾ ਚਾਹੀਦਾ। ਕਟਕ ਬਰਾਨਾ ਬੇਗਾਨੀ ਫੌਜ ਦੇਖ ਕੇ, ਕਿਉਂਕਿ ਉਹਨੂੰ ਦੇਖ ਕੇ ਜੇ ਨਹੀਂ ਜਾਵਾਂਗੇ ਤਾਂ ਫਿਰ ਆਪਣੀ ਮੌਤ ਹੋ ਸਕਦੀ। ਹਾਂਜੀ, ਅੰਨ ਸੰਕਟ ਪੈਗ ਕਾਲ ਸਮਾਂ ਪੈ ਗਿਆ, ਸੰਘਣਾ ਬਨ ਕੋ ਸੰਘਣਾ ਜੰਗਲ ਆ, ਫਿਰ ਬੇਗਾਨੀ ਫੌਜ ਭਾਰਤ ਦੁਸ਼ਮਣ ਵੈਰੀ ਦੀ ਫੌਜ ਆ। ਇਹ ਤਿੰਨੇ ਜਿਹੜੇ ਮੌਤ ਦਾ ਕਾਰਨ ਆ। ਨਾਸ ਬੁਰੇ, ਠੀਕ ਆ, ਭੈ ਦਾ ਸਥਾਨ ਆ ਤੇ ਨਾਸ ਬੁਰੇ, ਨਾਸ ਦਾ ਕਾਰਨ ਆ। ਇਸ ਕਰਕੇ ਦੂਰ ਭਾਜ ਕੇ ਤੋਰ, ਕਿਸੇ ਹੋਰ ਤਰਫ ਭੱਜ ਜਾਣਾ ਚਾਹੀਦਾ, ਬੈਠੇ ਨਹੀਂ ਰਹਿਣਾ ਚਾਹੀਦਾ, ਉੱਥੇ ਕੁਝ ਵੀ ਹੋ ਸਕਦਾ। ਕਟਕ ਬਰਾਨਾ ਦੇਖ ਬੇਗਾਨੀ ਫੌਜ ਦੇਖ ਕੇ ਨਾ ਤੇ ਭੱਜ ਜਾਣਾ ਚਾਹੀਦਾ ਕਿਸੇ ਦੂਰ ਪਾਸੇ। ਇਹਨਾਂ ਸਥਾਨਾਂ ਵਿੱਚ ਰਹਿਣ ਕਰਕੇ ਜਿੱਥੇ ਵੀ ਭੈ ਵਾਲਾ ਦਾ ਥਾਂ ਆ, ਕਾਲ ਦਾ ਸਮਾਂ ਆ, ਫਿਰ ਬੁਰੇ ਦਾ ਸੰਗ ਹੋ ਗਿਆ ਜਾਂ ਬੁਰਿਆਂ ਲਾਗੇ ਨਿਵਾਸ ਹੋ ਗਿਆ, ਜੰਗਲ ਭਿਆਨਕ ਆ, ਬੇਗਾਨੀ ਫੌਜ ਆ, ਇਹਨਾਂ ਦੇ ਕੋਲ ਰਹਿਣ ਕਰਕੇ ਜਾਨ ਨੂੰ ਖਤਰਾ, ਇਸ ਲਈ ਦੂਰ ਹੀ ਭੱਜ ਜਾਣਾ ਚਾਹੀਦਾ ਕਿਸੇ ਤਰਫ ਨੂੰ। ਇਹ ਕਹਿਣ ਦਾ ਮਤਲਬ ਹੈ। ਅੰਨ ਬਸਨ ਘਰ ਸੇਜ ਤ੍ਰੀਆ, ਇੱਥੇ ਵਿਸ਼ਰਾਮ ਦੇਣਾ। ਫਿਰ ਕਹਿੰਦੇ ਆ, ਹੁਣ ਦੱਸਣ ਲੱਗੇ ਆ ਵੀ ਅੰਨ ਪਰਾਏ ਘਰ ਦਾ ਖਾਣਾ, ਖਾਣ ਪੀਣ ਦੇ ਪਦਾਰਥ, ਅਨਾਜ ਰੋਟੀ, ਬਸਨ ਦੂਸਰੇ ਦਾ ਕੱਪੜਾ, ਘਰ ਬੇਗਾਨਾ ਘਰ, ਸੇਜ ਪਰਾਇਆ ਬਿਸਤਰਾ, ਪਰਾਈ ਸੇਜਾ, ਤੇ ਤਰੀ ਪੰਜਵੀਂ ਜਿਹੜੀ ਪਰਾਈ ਇਸਤਰੀ। ਠੀਕ ਹੈ ਜੀ। ਪੰਜ ਬਿਰਾਨੇ ਤਿਆਗ, ਇਹ ਪੰਜੇ ਬਿਰਾਨੇ ਕਹੀਏ ਬੇਗਾਨੇ ਆ। ਇਹ ਪੰਜੇ ਬੇਗਾਨੇ ਆ ਪਦਾਰਥ ਆ, ਪਰਾਏ ਜਿਹੜੇ ਪੰਜੇ ਬੇਗਾਨੇ ਛੱਡ ਸਮਝ ਕੇ, ਤਿਆਗ ਕਹੀਏ ਇਸਨੂੰ, ਇਹਨਾਂ ਨੂੰ ਛੱਡ ਦੇਣਾ ਚਾਹੀਦਾ। ਪਰਾਇਆ ਅੰਨ, ਪਰਾਏ ਘਰ ਦਾ ਖਾਣਾ ਚਸਕਾ ਨਾ ਰੱਖੇ, ਪਰਾਇਆ ਵਸਤਰ ਤੇ ਮਾਣ ਨਾ ਕਰੇ, ਪਰਾਏ ਘਰ ਨੂੰ ਦੇਖ ਕੇ ਨਾ ਐਵੇਂ ਲੱਤਾਂ ਮਾਰੇ, ਪਰਾਈ ਸੇਜਾ ਤੇ ਡਿੱਗ ਕੇ ਕਹਿਣਾ ਸੌਣਾ, ਪਰਾਈ ਇਸਤਰੀ ਦੇ ਮਾਣ ਨਾ ਕਰੇ ਵੀ ਆਪਣੀ ਆ। ਇਹ ਪੰਜ ਬਿਰਾਨੇ ਬੇਗਾਨੇ ਹੀ ਆ, ਪੰਜੇ ਬੇਗਾਨੇ ਸਮਝ ਕੇ, ਹੈ ਵੀ ਬੇਗਾਨੇ, ਇਸ ਤਿਆਗ ਗਈਏ ਛੱਡ ਦੇਵੇ। ਛੱਡ ਦੀਜੀਏ ਦੇਖ ਕੇ ਇਹਨਾਂ ਪਦਾਰਥਾਂ ਨੂੰ ਤੇ ਜਿਹੜਾ ਵਾ ਛੱਡ ਹੀ ਦੇਣਾ ਚਾਹੀਦਾ। ਦੇ ਕੇ ਛੱਡ ਤਿਆਗ ਦੇਣਾ ਕਰੋ, ਦੂਰ ਹੋ ਜਾਈਏ ਭਾਗ। ਅਤੇ ਜਦੋਂ ਪਤਾ ਲੱਗ ਜਾਵੇ ਕਿ ਸਾਰੇ ਆਪਣੇ ਨਹੀਂ ਆ ਤੇ ਦੂਰ ਤੋਂ ਹੀ ਭੱਜ ਜਾਣਾ ਚਾਹੀਦਾ। ਦੂਰ ਹੋ ਜਾਈਏ ਭਾਗ, ਦੂਰੋਂ ਹੀ ਭਾਗ ਕਹੀਏ, ਭੱਜ ਜਾਈਏ, ਜਾਣਾ ਕਰੋ, ਭੱਜ ਜਾਈਏ। ਇਹ ਵਸਤੂਆਂ ਪਰਾਈਆਂ ਜਾਂ ਕਿਸੇ ਵੈਰੀ ਦੀਆਂ ਹੋਣ, ਇਹ ਕਦੇ ਵੀ ਅੰਗੀਕਾਰ ਨਹੀਂ ਕਰਨੀਆਂ ਚਾਹੀਦੀਆਂ,
ਕਿਉਂਕਿ ਇਹਨਾਂ ਵਿੱਚ ਔਗੁਣ ਹਨ ਅਤੇ ਸਭ ਮਨੁੱਖ ਦੀ ਇੱਜ਼ਤ ਘਟਾਉਣ ਵਾਲੇ ਆ। ਇਹਨਾਂ ਦੇ ਕਰਕੇ ਕਈ ਘਰਾਣੇ ਨਾਸ ਹੋ ਗਏ ਆ, ਤੇ ਇਸ ਕਰਕੇ ਵੀ ਉਹ ਚਾਣਕ ਰਿਸ਼ੀ ਸਮਝਾ ਹੀ ਰਹੇ ਆ ਵੀ ਇਹਨਾਂ ਦੇ ਮਾਣ ਨਾ ਕਰੀਏ। ਪਰਾਇਆ ਘਰ ਪਰਾਏ ਘਰ ਦਾ ਖਾਣਾ, ਤੇ ਪਰਾਏ ਘਰ ਵਿੱਚ ਰਹਿਣਾ, ਦੂਸਰੇ ਤੇ ਬਿਸਤਰੇ ਤੇ ਬੈਠਣਾ, ਪਰਾਈ ਇਸਤਰੀ ਨਾਲ ਨਜਾਇਜ਼ ਸੰਬੰਧ ਕਰਨਾ, ਇਹ ਸਭ ਮਨੁੱਖ ਦੀ ਇੱਜ਼ਤ ਘਟਾਉਣ ਵਾਲੇ ਆ। ਪਰਾਏ ਸਮਝ ਕੇ ਛੱਡ ਦਈਏ ਤੇ ਦੂਰੋਂ ਭੱਜ ਜਾਈਏ। ਇੱਥੇ ਨਾ ਜਿਹੜਾ ਆਉਂਦਾ ਨਾ ਪਾਠ ਪੰਚ ਬਿਰਾਨੇ ਤਿਆਗ, ਪੰਚ ਦੀ ਥਾਂ ਕਈ ਖਰੜਿਆਂ ਵਿੱਚ ਪੰਕ ਪਾਠ ਵੀ ਆਉਂਦਾ, ਤੇ ਪੰਕ ਦਾ ਅਰਥ ਹੁੰਦਾ ਚਿੱਕੜ। ਵੀ ਜਿਹੜੇ ਪੰਜੇ ਤੁਹਾਨੂੰ ਗਣਾਏ ਆ, ਇਹ ਪੰਜੀਏ ਜਿਹੜੇ ਆ ਇਹ ਸਾਰੇ ਪੰਕ ਚਿੱਕੜ ਵਾਂਗ ਆ, ਬੇਗਾਨੀਆਂ ਚੀਜ਼ਾਂ। ਇਹ ਬੇਗਾਨੇ ਆ, ਇਹਨਾਂ ਨੂੰ ਬੇਗਾਨੇ ਸਮਝ ਕੇ ਨਾ ਤੇ ਚਿੱਕੜ ਵਾਂਗ ਆ ਇਹ ਪੰਜੇ ਹੀ, ਤੇ ਇਨਸਾਨ ਨੂੰ ਗੰਦੇ ਕਰਨ ਵਾਲੇ ਆ। ਇਸ ਕਰਕੇ ਇਹਨਾਂ ਨੂੰ ਛੱਡ ਦੇਣਾ ਕਰੀਏ ਤੇ ਦੂਰੋਂ ਹੀ ਭੱਜ ਜਾਈਏ। ਵੇਖ ਕੇ ਦੂਰ ਹੈ ਜਾਈਏ ਭਾਗ। ਦੇਖ ਦੇਖ ਖੱਕੇ ਨੂੰ ਹੀ ਸਿਹਾਰੀ, ਦੱਦੇ ਲਾਵਾਂ ਖੱਕੇ ਸਿਹਾਰੀ। ਦੇਖ ਛੱਡ ਦੀਜੀਏ, ਇਹ ਦੀਜੀਏ ਪਾਠ ਦੱਦੇ ਬਿਹਾਰੀ ਜਜੇ ਬਿਹਾਰੀ ਈੜੀ ਲਾਵਾਂ, ਐਵੇਂ ਸ਼ੁੱਧ ਪਾਠ ਆ। ਤੇ ਕਈ ਥਾਵਾਂ ਤੇ ਦੱਦੇ ਬਿਹਾਰੀ ਜਜੇ ਬਿਹਾਰੀ ਈੜੀ ਦੇ ਲਾਵਾਂ, ਅਰਥ ਇੱਕ ਹੀ ਬਣਨਾ, ਦੀਜੀਏ ਕਹਿ ਲਓ, ਦੀਜੀਏ ਕਹਿ ਲਓ, ਔਰ ਦੀਜੀਏ ਈੜੀ ਨਾਲ ਲਾਵਾਂ ਨਾਲ ਪਾਠ ਸ਼ੁੱਧ ਆ। ਭਾਗ ਦੇ ਗੱਗੇ ਨੂੰ ਸਿਹਾਰੀ ਹੈ। ਜੇ ਹੁਣ ਅੱਗੇ ਦੋਹਰਾ ਉਚਾਰਦੇ, ਜੇ ਠਾਕਰ ਪੂਜਾ ਨਹੀਂ ਜਾ ਜਹਾ ਪਾਠ, ਜੇ ਪਾਠ ਨਹੀਂ ਜਾ ਜਹਾ, ਜਿਸ ਜਗ੍ਹਾ ਜਾਂ ਜਹ ਕੋਈ ਜਿੱਥੇ ਠਾਕਰ ਪੈਦਾ ਕਰਨ ਵਾਲਾ, ਪਾਲਣ ਪੋਸ਼ਣ ਤੇ ਮਾਰਨ ਵਾਲਾ, ਠਾਕਰ ਪੈਦਾ ਕਰਨ ਵਾਲਾ, ਪਾਲਣ ਪੋਸ਼ਣ ਤੇ ਮਾਰਨ ਵਾਲਾ, ਉਹਨੂੰ ਕਹਿੰਦਾ ਠਾਕੁਰ। ਤੋ ਕੌਣ ਹੈ? ਪਰਮਾਤਮਾ ਹੀ ਆ, ਵਾਹਿਗੁਰੂ ਹੀ ਹੈ। ਜਿੱਥੇ ਵਾਹਿਗੁਰੂ ਦਾ ਪੂਜਣ ਮਾਨਤਾ ਪੂਜਣ ਨਹੀਂ ਆ, ਆਪਣਾ ਕਹਾ ਨਾ ਹੋਏ। ਮਤਲਬ ਜਿੱਥੇ ਠਾਕੁਰ ਦੀ ਪੂਜਾ ਨਹੀਂ, ਸਿਮਰਨ ਨਹੀਂ। ਫਿਰ ਜਿੱਥੇ ਕੋਈ ਆਪਣਾ ਕਹਾ, ਜਿੱਥੇ ਕੋਈ ਆਪਣੀ ਕਹਿਆ ਹੋਇਆ ਨਾ ਹੋਏ, ਆਪਣੀ ਕਿਹਾ ਹੋਇਆ ਕਹੀ ਹੋਈ ਗੱਲ ਨੂੰ ਮੰਨਣ ਵਾਸਤੇ ਰਾਜੀ ਨਾ ਹੋਵੇ। ਜੋ ਕਹੋ ਮੰਨਦੇ ਹੀ ਨਹੀਂ ਹੈ, ਜੋ ਕਹਿੰਦੇ ਸੁਣਦੇ ਨਹੀਂ ਹੈ। ਇਸਤਰੀ ਪੁੱਤਰ ਆਦਿਕ ਆਗਿਆ ਹੀ ਨਹੀਂ ਮੰਨਦੇ। ਜਹਾਂ ਕਲਾ ਹੋਵੇ ਸਦਾ, ਫਿਰ ਜਹਾਂ ਜਿੱਥੇ ਹਮੇਸ਼ਾ ਕਲਾ, ਲੜਾਈ ਝਗੜਾ ਕਲੇਸ਼ ਹੁੰਦਾ ਹੀ ਹੋਵੇ। ਜਹਾਂ ਕਲਾ ਹੋਵੇ ਸਦਾ, ਜਿੱਥੇ ਫਿਰ ਕਲੇ ਹੁੰਦੀ ਰਹਿੰਦੀ ਹਮੇਸ਼ਾ ਹੀ। ਸੰਪਤ ਰਹੇ ਨਾ ਕੋਈ, ਇਹਦੇ ਜਗ ਜਾਰ ਗੱਲ ਆ ਵੀ ਉੱਥੇ ਦੌਲਤ ਨਹੀਂ ਰਹਿੰਦੀ, ਉੱਥੋਂ ਸਭ ਬਰਕਤਾਂ ਉੱਡ ਜਾਂਦੀਆਂ। ਗੁਰਬਾਣੀ ਦੇ ਨਿਰਣੇ ਅਨੁਸਾਰ ਵੀ ਉੱਥੇ ਤੇ ਸਾਰੇ ਭੂਤਨੇ ਰਹਿੰਦੇ। ਜਿੱਥੇ ਭੂਤਨੇ ਹੋਣ ਫਿਰ ਉੱਥੇ ਸੁੱਖ ਸ਼ਾਂਤੀ ਥੋੜ੍ਹੀ ਨਸੀਬ ਹੋ ਸਕਦੀ ਹੈ। ਕਬੀਰ ਜਾ ਕਰ ਸਾਧਨਾ ਸੇਵੀ ਹੈ, ਸਾਧ ਪਈਏ ਕਹੀਏ ਪਰਮੇਸ਼ਰ ਨੂੰ, ਹਰ ਕੀ ਸੇਵਾ ਨਾਹੀਂ, ਜਾਂ ਸਾਧੂ ਦੀ ਸੇਵਾ ਨਹੀਂ ਤੇ ਵਾਹਿਗੁਰੂ ਦੀ ਸੇਵਾ ਨਹੀਂ। ਤੇ ਘਰ ਮਰਹਟ ਸਾਰਖੇ, ਭੂਤ ਬਸੈ ਤਨ ਮਾਹੀ। ਉਹ ਤੇ ਸ਼ਮਸ਼ਾਨ ਘਾਟ ਹੀ ਆ, ਉਹਦੇ ਵਾਂਗੂ ਹੀ। ਤੇ ਭੂਤ ਹੀ ਵਸਣ ਡੇ ਜਿੱਥੇ ਗੱਲ ਹੈ ਹੀ ਨਹੀਂ, ਨਾ ਰੱਬ ਦੀ ਪੂਜਾ, ਨਾ ਆਪਣਾ ਕਿਆ ਕੋਈ ਸੁਣੇ ਗਿਣੇ, ਸਾਰੇ ਜਵਾਬ ਦੇਣ। ਜਿੱਥੇ ਕਲੇ ਸਦਾ ਹੁੰਦੀ ਰਹੇ, ਸੰਪਤ ਰਹੇ ਨਾ ਕੋਈ, ਉੱਥੇ ਤੇ ਸੰਪਤ ਰਹਿੰਦੀ ਕੋਈ ਨਹੀਂ। ਜੇ ਕਲਾ ਹੋਵੇ ਸਦਾ, ਜਾਂ ਇੱਕ ਇਹ ਵੀ ਪਾਠ ਹੈਗਾ, ਜਾਂ ਕਲਾ ਹੋਵੇ ਪ੍ਰਗਟ, ਵੀ ਜਿੱਥੇ ਕਲਾ ਹੁੰਦੀ ਹੋਵੇ ਪ੍ਰਗਟ
ਪ੍ਰਗਟੀ ਉੱਥੇ ਤੈ ਸੰਪਤ ਰਹੇ ਨਾ ਕੋਈ। ਉੱਥੇ ਤਹਿ ਕਹੀਏ ਉੱਥੇ ਸੰਪਤ ਧਨ ਦੌਲਤ ਕੋਈ ਨਹੀਂ ਰਹਿੰਦੀ। ਇਹ ਪ੍ਰਗਟ ਕਹੀਏ ਜਗ ਜ਼ਾਹਰ ਹੀ ਗੱਲ ਆ। ਉੱਥੇ ਨਹੀਂ ਕੱਖ ਵੀ ਰਹਿੰਦਾ ਜਿੱਥੇ ਹਰ ਵੇਲੇ ਡਾਂਗ ਸੋਟਾ ਚੱਲਣ ਡਿਆ। ਇਸ ਕਰਕੇ ਇਹਨਾਂ ਔਗਣਾਂ ਤੋਂ ਬਚਣਾ ਚਾਹੀਦਾ। ਦੋਹਰਾ ਸਾਧ ਸੰਗਤ ਮੈਂ ਰਹੈ, ਦੋਹਰਾ ਸਾਧਕ ਸੰਗਤ ਮੈਂ ਰਹੈ। ਕਹਿੰਦੇ ਜੇਕਰ ਕੋਈ ਜਿਹੜਾ ਸਾਧੂ ਸ੍ਰੇਸ਼ਟ ਮਹਾਤਮਾ ਜਨ ਕੋ ਸੰਗਤ ਮੈਂ ਰਹੇ, ਖੋਟੇ ਪੁਰਖਾਂ ਦੀ ਸੰਗਤ ਦੇ ਵਿੱਚ ਰਹੇ, ਭਾਵ ਵੈਸੇ ਤਾਂ ਸਾਧ ਜਨ ਕੋ ਸੰਗਤ ਤੋਂ ਬਚ ਕੇ ਰਹਿੰਦੇ, ਦੂਰੋਂ ਭੱਜ ਜਾਂਦੇ। ਪਰ ਜੇਕਰ ਕਿਸੇ ਕਾਰਨ ਉਹਨਾਂ ਨੂੰ ਕੋਈ ਸੰਗਤ ਵਿੱਚ ਬੈਠਣਾ ਵੀ ਪੈ ਜਾਵੇ, ਕੋਈ ਬੇਦੀ ਬਣ ਜਾਂਦੀ ਇਹੋ ਜਿਹੀ ਵੀ ਨੇਕ ਪੁਰਸ਼ ਸਾਧੂ ਮਹਾਤਮਾ, ਕੋਈ ਸਮਾਂ ਹੀ ਮਾੜਾ ਆ ਗਿਆ ਤੇ ਮਾੜੇ ਬੰਦਿਆਂ ਵਿੱਚ ਬਹਿ ਹੀ ਜਾਵੇ, ਤਾਂ ਫਿਰ ਵੀ ਕਹਿੰਦੇ ਤਿਸ ਨਾ ਬੇਕਾਰ ਲਗੰਤ, ਤਦ ਵੀ ਤਿਸ ਕਹੀਏ ਉਸ ਸਾਧ ਜਨ ਪਰਮੇਸ਼ਰ ਰੂਪ ਮਹਾਤਮਾ ਨੂੰ। ਖੋਟੇ ਪੁਰਸ਼ਾਂ ਵਾਲੇ ਜਿਹੜੇ ਬੇਕਾਰ ਦੋਸ਼ ਔਗਣਿਆ ਨਾ ਲਗੰਤ, ਨਹੀਂ ਲਗੰਤ ਕਹੀਏ ਲੱਗਦੇ, ਭਾਵ ਉਹਨਾਂ ਖੋਟੇ ਪੁਰਖਾਂ ਦੇ ਔਗਣਾਂ ਨੂੰ ਅੰਗੀਕਾਰ ਨਹੀਂ ਉਹ ਮਹਾਤਮਾ ਕਰਦਾ, ਉਹ ਨਹੀਂ ਲੱਗਦਾ, ਉਹਨੂੰ ਦੋਸ਼ ਨਹੀਂ ਲੱਗਦਾ, ਬੇਕਾਰ ਨਹੀਂ ਲੱਗਦਾ, ਐਬ ਨਹੀਂ ਲੱਗਦਾ। ਅੱਗੇ ਪ੍ਰਮਾਣ ਦੇ ਰਾਹੀਂ ਸਿੱਧ ਕਰ ਰਹੇ। ਜਿਉਂ ਚੰਦਨ ਸਰਪਨ ਵੇਖੇ, ਇੱਥੇ ਵੀ ਜੱਜਾ ਪਾਉਣਾ ਜਈਆ, ਜਈਏ ਨੂੰ ਹੋੜਾ ਤੇ ਬਿੰਦੀ ਪਾਠ ਸ਼ੋਧੇ। ਜਿਉਂ ਪ੍ਰਮਾਣ ਦਿੰਦੇ ਆ, ਜਿਵੇਂ ਚੰਦਨ ਸਰਪਨ ਵੇਖੇ, ਜਿਵੇਂ ਚੰਦਨ ਦਾ ਬੂਟਾ ਵੇਖੋ ਸੱਪਾਂ ਨਾਲ ਘਿਰਿਆ ਹੁੰਦਾ। ਹਾਂਜੀ, ਸੱਪਾਂ ਦੇ ਝੁੰਡ ਚੰਦਨ ਦੇ ਬਿਰਛ ਨੂੰ ਆਪਣੀ ਜਿਹੜੀ ਹੈ ਗੁੱਛੇ ਮਾਰ ਕੇ, ਵਲੇਟੇ ਮਾਰ ਕੇ ਪਏ ਬੈਠੇ ਰਹਿੰਦੇ। ਥਾਂ ਮੱਲੀ ਹੁੰਦੀ, ਉਹਨਾਂ ਨੇ ਚੰਦਨ ਦੇ ਬਿਰਛ ਨੂੰ ਮੱਲਿਆ ਹੁੰਦਾ। ਸੀਤਲਤਾ ਨਾ ਤਜੰਤ, ਉਹ ਫਿਰ ਵੀ ਚੰਦਨ ਦਾ ਬੂਟਾ ਆਪਣੀ ਜਿਹੜੀ ਆ ਸੱਪਾਂ ਦੀ ਜ਼ਹਿਰ ਕਾਰਨ, ਅਸਰ ਕਾਰਨ ਜਿਹੜੀ ਸੀਤਲਤਾ ਆਈ ਹੈ, ਠੰਡ ਕਿਆ ਉਹ ਘਟਾਉਂਦਾ ਨਹੀਂ। ਉਹ ਕਦੇ ਵੀ ਸੱਪਾਂ ਦੇ ਜ਼ਹਿਰ ਦਾ ਅਸਰ ਕਬੂਲਦਾ ਨਹੀਂ ਆ। ਫਿਰ ਵੀ ਉਹਨਾਂ ਸੱਪਾਂ ਨੂੰ ਸਗੋਂ ਠੰਡ ਪ੍ਰਦਾਨ ਕਰਦਾ। ਉਹ ਇਹਦਾ ਉਪਕਾਰ ਹੀ ਚਰਨ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾ, ਠੰਡ ਦਿੰਦਾ ਉਹਨਾਂ ਨੂੰ। ਸੱਪ ਫਿਰ ਵੀ ਕਰੂਰ ਹੀ ਰਹਿੰਦਾ, ਪਰ ਉਹ ਉਹਨਾਂ ਦੇ ਕਰੂਰਪੁਣਾ ਚੰਦਨ ਨਹੀਂ ਗ੍ਰਹਿਣ ਕਰਦਾ। ਤੇ ਸਾਧੂ ਜਨ ਜਿਹੜੇ ਆ ਖੋਟੇ ਮਨੁੱਖਾਂ ਦੇ ਔਗਣ ਗ੍ਰਹਿਣ ਨਹੀਂ ਕਰਦੇ, ਸਗੋਂ ਆਪਣੇ ਉਪਦੇਸ਼ ਨਾਲ ਉਹਨਾਂ ਦੇ ਪ੍ਰਕਾਰਾਂ ਦੀ ਵਿਉਂ ਨੂੰ ਮੇਟ ਦਿੰਦੇ, ਜ਼ਹਿਰ ਨੂੰ ਮੇਟ ਦਿੰਦੇ ਆ। ਕਬੀਰ ਸੰਤ ਨਾ ਛਾਡੈ ਸੰਤਈ, ਜੋ ਕੋਟਕ ਮਿਲਿਆ ਸੰਤ, ਮਲਿਆਗਰ ਭੁਯੰਗਮ ਵੇਡਿਓ ਤਾਂ ਸੀਤਲਤਾ ਨਾ ਤਜੰਤ। ਇਹਦੇ ਨਾਲ ਵੇਖੋ ਮੇਲ ਖਾਂਦਾ ਸਾਰਾ। ਮਲਿਆਗਰ ਹੁੰਦਾ ਚੰਦਨ, ਭੁਯੰਗਮ ਹੁੰਦਾ ਸੱਪ, ਸੱਪਾਂ ਨਾਲ ਵੇਡਿਆ ਘਿਰਿਆ ਤਾਂ ਸੀਤਲਤਾ ਨਾ ਤਜੰਤ, ਫਿਰ ਵੀ ਠੰਡਕ ਹੋਣਾ ਨਹੀਂ ਪੜਦਾ। ਸਾਰ ਕਿਤਾਬੜੀ ਜੀ ਹੁੰਦਾ, ਸੰਗ ਦੋਖ ਘਰ ਸੰਤ ਜਨ, ਕਵੀ ਨਾ ਵਿਕਰੈ ਧਾਰ। ਸੰਤ ਜਨ ਜਿਹੜੇ ਆ ਉਹ ਕਦੇ ਦੋਸ਼ੀਆਂ ਦੇ ਗੁਨਾਹਗਾਰਾਂ ਦਾ ਸੰਗ ਕਰ ਵੀ ਲੈਣ, ਉਹ ਕਵੀ ਨਾ ਵਿਕਰੈ ਧਾਰ, ਫਿਰ ਵੀ ਜਿਹੜੀ ਹੈ ਉਹ ਅਕਿਰਿਆ ਨਹੀਂ ਧਾਰਦੇ, ਉਲਟੀ ਕਿਰਿਆ ਨਹੀਂ ਧਾਰਦੇ। ਚੰਦਨ ਨਾਗਨ ਕਰ ਟੱਪਿਓ, ਕਹਿੰਦੇ ਜਿਵੇਂ ਚੰਦਨ ਨਾਗਾਂ ਨਾਲ ਟੱਪਿਆ ਹੁੰਦਾ। ਤਦਬ ਧਰੇ ਨਾ ਮਾਰ, ਫਿਰ ਵੀ ਉਹ ਜ਼ਹਿਰ ਨੂੰ ਧਾਰਨ ਨਹੀਂ ਕਰਦਾ। ਮਾਰਨਾ ਜ਼ਹਿਰ ਦਾ, ਜ਼ਹਿਰ ਨੂੰ ਧਾਰਨ ਨਹੀਂ ਕਰਦਾ। ਠੀਕ ਹੈ ਜੀ, ਉਹ ਤਾਂ ਇੱਦਾਂ ਹੀ ਰਹਿੰਦਾ। ਇਹ ਹੋਰ ਵੀ ਗੁਰੂ ਅਰਜਨ ਸਾਹਿਬ ਜੀ ਨੇ ਤੀਰਥਾ ਮੂਲਾ, ਭਾਈ ਮੁਕੰਦਾ, ਭਾਈ ਨਿਹਾਲੂ ਸਿੱਖਾਂ ਨੂੰ ਵੀ ਸਤਿਗੁਰੂ ਜੀ ਨੇ ਉਪਦੇਸ਼ ਕੀਤਾ ਸੀ ਇਸੇ ਸੰਬੰਧ ਵਿੱਚ ਹੀ, ਸੰਗਤ ਦੇ ਸੰਬੰਧ ਵਿੱਚ ਹੀ। ਮਹਾਤਮਾ ਲੋਕ ਐਸੇ ਹੁੰਦੇ। ਸੀਲ ਸਤ ਅਭਿਆਸ ਗੁਣ, ਸੀਲ ਹੁੰਦਾ ਸਹਿਨਸ਼ੀਲਤਾ,
ਪਰਾਈ ਗਲਤੀ ਭੁੱਲ ਜਾਂ ਦੂਜੇ ਕਮਜ਼ੋਰ ਛੋਟੇ ਬੰਦੇ ਵੱਲੋਂ ਆਪਣਾ ਅਪਮਾਨ ਨਰਾਦਰੀ ਹੁੰਦੀ ਵੀ ਹੋਵੇ, ਉਹਨੂੰ ਬਰਦਾਸ਼ਤ ਕਰ ਲੈਣਾ, ਫਿਰ ਉਹਨੂੰ ਯੋਗਦਾਨ ਨਾ ਦੇਣਾ, ਮਤਲਬ ਸੀਲ ਰਹਿਣਾ, ਠੰਡੇ ਰਹਿਣਾ, ਨਿਮਰਤਾ ਸੁਭਾਅ ਵਿੱਚ ਰਹਿਣਾ, ਇਹਨੂੰ ਸਹਿਣਸ਼ੀਲਤਾ ਕਹਿੰਦੇ ਆ, ਇਹਨੂੰ ਸੀਲ ਸੁਭਾਅ ਕਹਿੰਦੇ ਆ। ਇਹ ਭਾਈ ਵੀ ਸੀਲ ਨਿਮਰਤਾ ਸੁਭਾਅ। ਫਿਰ ਸੱਤ, ਜਿਹੜਾ ਸੱਚ ਬੋਲਣ ਦਾ ਸੁਭਾਅ। ਹਾਂਜੀ। ਫਿਰ ਸ਼ੁਭ ਗੁਣਾਂ ਦਾ ਅਭਿਆਸ। ਫਿਰ ਮਿੱਤਰਤਾ ਜਿਹੜੇ ਅਭਿਆਸ ਗੁਣ, ਵੀ ਸ਼ੁਭ ਗੁਣਾਂ ਦਾ ਅਭਿਆਸ। ਮਿੱਤਰ ਗ੍ਰਹਿ ਪੰਡਤ ਤੇ ਮਿੱਤਰ ਗ੍ਰਹਿ ਮਤਲਬ ਗ੍ਰਹਿਣ ਕਰਨੇ। ਹਾਂਜੀ, ਮਿੱਤਰ ਗ੍ਰਹਿਣ ਕਰਨੇ, ਵੀ ਮਿੱਤਰਤਾ ਨਾਲ ਦੋਸਤੀ ਰੱਖਣੀ। ਪੰਡਤ ਵਿਦਿਆ ਹਾਸਲ ਕਰਨੀ। ਇਨਕੋ ਚੋਰ ਨਾ ਲੱਗ ਗਈ, ਇਹਨਾਂ ਨੂੰ ਕਦੇ ਵੀ ਚੋਰ ਨਹੀਂ ਲੱਗਦਾ। ਇਹ ਪੰਚੋ ਧਨ ਨਿਤ, ਇਹ ਜਿਹੜੇ ਇਹ ਵੀ ਧਨ ਹੈ, ਭਾਵ ਇਹਨੂੰ ਕੋਈ ਖੋ ਨਹੀਂ ਸਕਦਾ। ਇਹ ਸਦਾ ਕੋਲ ਰਹਿਣ ਵਾਲਾ ਧਨ ਆ। ਨਿਤ ਕਹੀਏ ਹਮੇਸ਼ਾ ਹੀ ਹੈ ਨਾ, ਹਮੇਸ਼ਾ ਰਹਿਣ ਵਾਲਾ ਧਨ। ਭਾਵ ਦੌਲਤ ਆ ਤੁਹਾਡੀ, ਸਭ ਤੋਂ ਵੱਡੀ ਦੌਲਤ ਆ। ਸੀਲ ਸੁਭਾਅ ਰੱਖੋ, ਸੱਚ ਬੋਲਣਾ, ਫਿਰ ਸ਼ੁਭ ਗੁਣਾਂ ਦਾ ਅਭਿਆਸ ਕਰਨਾ। ਮਿੱਤਰ ਗ੍ਰਹਿ, ਜਿਹੜੇ ਮਿੱਤਰਤਾ ਹੀ ਗ੍ਰਹਿਣ ਕਰਨੀ, ਹਰੇਕ ਨਾਲ ਮਿੱਤਰਤਾ ਕਰਨੀ, ਇਹ ਬੜਾ ਮੈਤਰੀ ਬੜਾ ਵੱਡਾ ਗੁਣ ਹੈ। ਪੰਡਤ ਵਿਦਵਾਨ ਹੋਣਾ, ਵਿਦਵਾਨਗੀ ਕਰਨੀ, ਪੜ੍ਹਾਈ ਲਿਖਾਈ ਜਾਂ ਕੋਈ ਹੁਨਰ ਕਲਾ ਸਿੱਖ ਲੈਣੀ, ਇਹਦੇ ਆਪਣੇ ਅੰਦਰ ਦੇ ਗੁਣ ਆ, ਪ੍ਰਾਪਤ ਹੋ ਜਾਣੇ। ਇਹਨਾਂ ਨੂੰ ਚੋਰ ਨਹੀਂ ਲੱਗਦਾ। ਇਹ ਪੰਚੋ ਧਨ ਨਿਤ, ਇਹ ਪੰਜੇ ਧਨ ਹਮੇਸ਼ਾ ਤੁਹਾਡੇ ਕੋਲ ਰਹਿਣ ਵਾਲੇ। ਇੱਕ ਸੀਲ, ਦੂਜਾ ਸੱਤ, ਠੀਕ ਹੈ ਜੀ। ਤੀਜਾ ਅਭਿਆਸ ਗੁਣ, ਗੁਣਾਂ ਦਾ ਅਭਿਆਸ, ਸ਼ੁਭ ਗੁਣਾਂ ਦਾ 3। ਚੌਥਾ ਮਿੱਤਰ ਗ੍ਰਹਿਣ ਕਰਨੇ, ਮਿੱਤਰਤਾ ਰੱਖਣੀ। ਪੰਜਵਾਂ ਪੰਡਤ ਹੋਣਾ। 5 ਹੋ ਗਏ। ਤੇ ਕਈ ਦਾ ਅਰਥ ਐਵੇਂ ਇਸ ਪ੍ਰਕਾਰ ਵੀ ਕਰ ਲੈਂਦੇ ਆ ਕਿ ਸੀਲ ਸੁਭਾਅ, ਸੱਤ ਅਭਿਆਸ। ਭਾਵ ਸੱਤ ਕੀ ਆ? ਆਤਮਾ ਹੀ ਆ, ਪਰਮਾਤਮਾ ਹੀ ਆ। ਆਤਮਾ ਪਰਮਾਤਮਾ ਦੇ ਸੰਬੰਧ ਵਿੱਚ ਬ੍ਰਹਮ ਵਿਦਿਆ ਦਾ, ਆਤਮ ਵਿਚਾਰ ਦਾ ਪੁਨः ਅਭਿਆਸ ਕਰਨਾ। ਇਹ ਦੂਜਾ ਸੱਤ ਅਭਿਆਸ, ਭਾਵ ਭਜਨ ਬੰਦਗੀ ਕਰਨੀ। ਤੇ ਤੀਜਾ ਕੀ ਹੈ? ਗੁਣ, ਭਾਵ ਦੈਵੀ ਗੁਣ, ਠੀਕ ਹੈ ਜੀ, ਦੈਵੀ ਗੁਣ ਹੋਣੇ, ਸ਼ੁਭ ਗੁਣ। ਤੇ ਚੌਥਾ ਮਿੱਤਰ ਗ੍ਰਹਿ, ਭਾਵ ਦੋਸਤੀ ਰੱਖਣੀ। ਪੰਡਤ ਕਹੀਏ ਵਿਦਵਾਨਗੀ, ਪੜ੍ਹਾਈ ਲਿਖਾਈ, ਵਿਦਵਤ ਰੱਖਣੀ, ਵਿਦਵਤਾ ਹਾਸਲ ਕਰਨੀ। ਇਵੇਂ 5 ਬਣ ਜਾਂਦੇ ਆ। ਤੇ ਇਹੀ ਪਾਠ ਸ਼ੁੱਧ ਸਮਝਣੇ ਆ। ਮਿੱਤਰ ਸੰਗ੍ਰਹਿ ਗ੍ਰਹਿ ਪੰਡਿਤ। ਉਂਝ ਕਈ ਥਾਵਾਂ ਤੇ ਇਸ ਪ੍ਰਕਾਰ ਹੀ ਪਾਠ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਸੀਲ ਦੀ ਥਾਂ ਹਾਹੇ ਲਾਇਆ ਵੀ ਸੀਲ ਹੈ, ਸੀਲ ਹੈ, ਸੱਤ ਅਭਿਆਸ ਗੁਣ। ਗੁਣ ਪਾਠ ਗੱਗੇ ਔਂਕੜ ਨੰਨੇ ਨਾਲ ਪਾਠ ਸਮਝਣਾ ਸ਼ੁੱਧ। ਤੇ ਮਿੱਤਰ ਸੰਗ੍ਰਹਿ ਗ੍ਰਹਿ ਪੰਡਤ, ਇਹ ਭਾਈ ਵੀ ਸੀਲ ਨਿਮਰਤਾ ਵਾਲਾ ਸੁਭਾਅ, ਹਰੇਕ ਦਾ ਕੀਤਾ ਹੋਇਆ ਗੁਣ ਬਖਸ਼ ਜਾਣਾ, ਨਿਮਰਤਾ ਰੱਖਣੀ। ਫਿਰ ਸੱਤ ਕਹੀਏ ਸੱਚ ਬੋਲਣ ਦਾ ਸੁਭਾਅ ਤੇ ਸ਼ੁਭ ਗੁਣਾਂ ਦਾ ਅਭਿਆਸ ਗੁਣ। ਤੀਜਾ ਸ਼ੁਭ ਗੁਣਾਂ ਦਾ ਅਭਿਆਸ। ਚੌਥਾ ਮਿੱਤਰ ਸੰਗ੍ਰਹਿ, ਭਾਵੇਂ ਮਿੱਤਰਤਾ ਦਾ ਸੰਗ੍ਰਹਿ ਕਹੀਏ ਇਕੱਠ, ਮਿੱਤਰ ਗ੍ਰਹਿਣ ਕਰਨੇ, ਭਲੀ ਪ੍ਰਕਾਰ ਦੋਸਤੀ ਰੱਖਣੀ। ਤੇ ਗ੍ਰਹਿ ਪੰਡਤ, ਗ੍ਰਹਿ ਨਾਮ ਘਰ ਦਾ, ਇਹ ਘਰ ਵਿੱਚ ਪੰਡਤਤਾਈ ਹੋਣੀ, ਵਿਦਵਾਨੀ ਹੋਣੀ। ਇੱਦਾਂ ਹੀ 5 ਕਰ ਲੈਂਦੇ ਆ, ਠੀਕ ਬਣ ਹੀ ਜਾਂਦੇ। ਇਹਨਾਂ ਕੋ ਚੋਰ ਨਾ ਲੱਗ ਗਈ, ਇਹਨਾਂ ਨੂੰ ਕਹਿੰਦੇ ਚੋਰ ਨਹੀਂ ਲੱਗਦਾ। ਇਹ 5 ਧਨ ਨੇ ਤੇ 5 ਹਮੇਸ਼ਾ ਧਨ ਰਹਿਣ ਵਾਲੇ ਆ।
ਇਤ ਸ੍ਰੀ ਚਾਣਕ ਰਾਜਨੀਤ ਗ੍ਰੰਥੇ ਨਾਮ ਤ੍ਰਿਤੀਯੋ ਅਧਿਆਏ। ਇੱਥੇ ਸ੍ਰੀ ਸੁਭਾਏਵਾਨ ਸੋਭਾ ਵਾਲਾ ਸ਼੍ਰੋਮਣੀ ਚਾਣਕੇ ਰਾਜਨੀਤੀ ਨਾਮੇ ਗ੍ਰੰਥ ਆ, ਉਹਦਾ ਤ੍ਰਿਤੀਯ ਅਧਿਆਏ, ਤੀਜਾ ਅਧਿਆਏ ਸਮਾਪਤ ਹੈ ਜੀ। ਹੁਣ ਇੱਥੇ ਜਿਹੜੀ ਸਮਾਪਤੀ ਕਰਦੇ ਆ, ਤੀਜਾ ਅਧਿਆਏ ਸਮਾਪਤ ਹੋ ਚੁੱਕਾ। ਗੁਰੂ ਸਾਹਿਬ ਦੀ ਕਿਰਪਾ ਨਾਲ ਸਮਾਂ ਮਿਲਿਆ ਕੱਲ ਚੌਥਾ ਅਧਿਆਏ ਪ੍ਰਾਰੰਭ ਕਰਾਂਗੇ। ਸੀਲ ਸਤ ਅਭਿਆਸ ਗੁਣ ਮਿੱਤਰ ਗ੍ਰਹਿ ਪੰਡਤ, ਇਨ ਕੋ ਚੋ ਨਾ ਲਾਗਈ ਜੇ ਪਾਂਚੋ ਧਨ ਨਿਤ। ਹਾਂਜੀ, ਇਹ ਪਹਿਲਾ ਪਾਠ ਆ ਤੇ ਸੀਲ ਹੈ ਜੇ ਪਾਠ ਕਰਨਾ, ਦੂਜਾ ਪਾਠ ਆ ਤੇ ਮਿੱਤਰ ਸੰਗ੍ਰਹਿ ਗ੍ਰਹਿ ਪੰਡਤ ਇਹ ਲਿਖ ਲੈਣਾ। ਮਿੱਤਰ ਸੰਗ੍ਰਹਿ ਗ੍ਰਹਿ ਪੰਡਤ। ਵਾਹਿਗੁਰੂ ਜੀ। ਇਤ ਸ੍ਰੀ ਚਾਣਕੇ ਰਾਜਨੀਤ ਗ੍ਰੰਥੇ ਨਾਮ ਤ੍ਰਿਤੀਯੋ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।